उन्होंने 30 रेहड़ियां दे विचों कल्ली मेरी ही रेहड़ी उठाई है क्योंकि वो सारे दी सैटलमेंट है इन्हां दे नाल और मेरी सैटलमेंट नहीं है क्योंकि मैं पैसे नहीं देंदी। वो सारे उन्हां दा महीना बनया होया। ਭੈਣ ਜੀ ਪੈਸਿਆਂ ਦੀ ਜਿਹੜੀ ਮੰਗ ਹੈ ਡਿਮਾਂਡ ਕਿਹਨੇ ਕੀਤੀ ਗਈ ਤੁਹਾਡੇ ਵੱਲੋਂ? ये मेरा 6 लाख का कर्जा आ चुका है जो कि स्टेट ऑफिसर धर्मिंदर सिंह जी जो ने उन्होंने दे कारण। ਭੈਣ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ ਜੇਕਰ ਤੁਸੀਂ ਦੱਸੇ ਹੋ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਸੁਸਾਈਡ ਕਰਨਾ ਜ਼ਿੰਮੇਵਾਰ ਕੌਣ ਹੋਊਗਾ? इस चीज़ का जिम्मेवार एको ही बंदा है। ਚੰਨੀ ਸਰਕਾਰ ਬੜੇ ਦਾਅਵੇ ਕਰਦੀ ਹੈ ਵੀ ਆਮ ਬੰਦਿਆਂ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਆ, ਪਰ ਤੁਸੀਂ ਦੇਖਿਆ ਵੀ ਇਹ ਜਿਹੜੀ ਭੈਣ ਆ ਮਿਹਨਤ ਕਰਕੇ ਰੋਟੀ ਕਮਾ ਕੇ ਜਿਹੜਾ ਪਰਿਵਾਰ ਦਾ ਪੇਟ ਪਾਲ ਲਈ ਸੀ ਉਹਨੂੰ ਰੇਹੜੀ ਲਗਾ ਦਿੱਤੀ ਗਈ। ਤੇ ਮੈਂ ਆਪ ਖੁਦ ਰੇਹੜੀਆਂ ਲਾਉਂਦਾ ਰਿਹਾ, ਜਿਹੜਾ ਵੀ ਕੰਮ ਤੁਸੀਂ ਕਹਿੰਦੇ ਜੇ ਉਹੀ ਕੰਮ ਤੁਸੀਂ ਕਹਿੰਦੇ ਮੈਂ ਵੀ ਕਰਦਾ ਰਿਹਾ। ਸਟੇਟ ਆਫਿਸਰ ਆ ਕੋਈ ਦੱਸ ਰਿਹਾ ਉਹ ਇਹਨਾਂ ਕੋਲ ਰਿਸ਼ਵਤ ਮੰਗ ਰਿਹਾ ਕਿ ਮੈਨੂੰ ਮਹੀਨੇ ਦੇ ਇੰਨੇ ਪੈਸੇ ਦਿਓਗੇ ਤੇ ਫਿਰ ਮੈਂ ਤੁਹਾਨੂੰ ਰੇਹੜੀ ਲਾਉਣ ਦਿਆਂਗਾ। ਹੁਣ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ, ਚੰਨੀ ਸਾਹਿਬ ਤੁਸੀਂ ਕਹਿੰਦੇ ਤੇ ਹੈਗੇ ਜੇ ਤੁਹਾਡਾ ਕਰਜ਼ਾ ਲੀਕ ਮਾਰਤੀ, ਇਹਨਾਂ ਦੇ ਕਰਜ਼ੇ ਤੇ ਲੀਕ ਮਾਰੋਗੇ ਤੁਸੀਂ? ਚੰਨੀ ਸਾਹਿਬ ਇੱਥੇ ਆਉਣਗੇ ਆਮ ਆਦਮੀਆਂ ਦੇ ਵਿੱਚ ਰਾਤ 12 ਵਜੇ ਲਾਈਵ ਹੋ ਜਾਂਦੇ ਨੇ। ਅਸੀਂ ਵਿਕਣ ਵਾਲੇ ਬੰਦੇ ਨਹੀਂ ਆ, ਅਸੀਂ ਉਸ ਬੰਦੇ ਨੂੰ ਨੌਕਰੀ ਤੋਂ ਲਵਾ ਕੇ ਹੀ ਦਮ ਲਵਾਂਗੇ, ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰਕੇ ਹੀ ਦਮ ਲਵਾਂਗੇ। ਨਵਜੋਤ ਸਿੰਘ ਸਿੱਧੂ ਪ੍ਰਧਾਨ ਸਾਹਿਬ ਵੀ ਇੱਥੋਂ ਦੇ ਰਹਿਣ ਵਾਲੇ ਨੇ, ਪਰ ਉਹਨਾਂ ਦਾ ਧਿਆਨ 2022 ਦੀਆਂ ਚੋਣਾਂ ਵੱਲ ਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਜਾਂਦਾ ਵੀ ਕਾਂਗਰਸ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਆ, ਆਮ ਬੰਦਿਆਂ ਦੀ ਸਰਕਾਰ ਆ ਅਤੇ ਹਰ ਕੁਝ ਆਏ ਦਿਨ ਹੀ ਪੰਜਾਬ ਸਰਕਾਰ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨੂੰ ਤੋਹਫੇ ਦਿੱਤੇ ਜਾ ਰਹੇ ਨੇ, ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ। ਖਬਰ ਦਿਖਾਉਣ ਜਾ ਰਹੇ ਆ ਤੁਹਾਨੂੰ ਅੰਮ੍ਰਿਤਸਰ ਦੀ, ਜਿੱਥੇ ਕਿ ਇੱਕ ਮਹਿਲਾ ਵੱਲੋਂ ਰੇਹੜੀ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜਿਹੜਾ ਪੇਟ ਪਾਲਿਆ ਜਾ ਰਿਹਾ ਸੀ, ਪਰ ਉਸ ਨੂੰ ਜਿਹੜਾ ਅਫਸਰਸ਼ਾਹੀ ਜਿਹੜੇ ਲੋਕ ਨੇ ਉਹਨਾਂ ਵੱਲੋਂ ਤੰਗ ਪਛਾਣ ਕੀਤਾ ਗਿਆ ਤੇ ਕਾਫੀ ਜਿਹੜੇ ਗੰਭੀਰ ਇਲਜ਼ਾਮ ਲਗਾਏ ਜਾਣਗੇ ਬੀਬੀ ਵੱਲੋਂ। ਗੱਲਬਾਤ ਕਰਾਂਗੇ ਉਸ ਭੈਣ ਦੇ ਨਾਲ ਵੀ। ਭੈਣਾ ਨਾਮ ਕੀ ਤੁਹਾਡਾ ਤੇ ਕੀ ਕੰਮ ਕੀ ਕਰਦੇ ਤੁਸੀਂ? सर मेरा नाम अमनदीप कौर है। मैं फूड स्टॉल का काम स्टार्ट किया है और सब तो पहले मैं काम स्टार्ट किया सी शाटर UTI मार्केट दे विच और उत्थे जो मैं स्टार्ट किया सी अप्रोक्सीमेटली 1 वीक के बाद मेरे को स्टेट ऑफिसर धर्मिंदर सिंह जी जोड़े उन्होंने इंपलॉयज़ ने वो आए और मेरा समान उठा के लै गए। जबकि मैं उन्होंने कहा तुम समान क्यों उठा के लै रहे हो क्योंकि मैं लाइसेंस नंबर लिता है, मैं कोई रूल ब्रेक नहीं कर रही। ਤੁਹਾਡਾ ਜੋ ਵੀ ਰੂਲ ਹੈ ਵੀ ਇੱਦਾਂ ਹੈ ਨਾ ਟ੍ਰੈਫਿਕ ਹੋਣਾ ਨਹੀਂ ਚਾਹੀਦਾ ਜਾਂ ਪਬਲਿਕ ਪਲੇਸ 'ਤੇ ਨਹੀਂ ਲਗਾਉਣਾ, ਜਿੱਦਾਂ ਵੀ ਹੈ ਮੈਂ ਸਾਰਾ ਕੁਝ ਉਹਨਾਂ ਦੇ ਰੂਲ ਦੇ ਅਕੋਰਡਿੰਗ ਕੀਤਾ। ਫਿਰ ਵੀ ਉਹ ਮੈਨੂੰ ਹੀ ਇਕੱਲੀ ਮੇਰੀ ਹੀ ਰੇਹੜੀ ਨੂੰ ਟਾਰਗੇਟ ਕੀਤਾ ਉਹਨਾਂ ਨੇ। ਜਦ ਕਿ ਉਹਨਾਂ ਨੇ ਮੈਂ ਬੋਲਿਆ ਵੀ ਤੁਸੀਂ ਕਿਉਂ ਮੇਰੀ ਹੀ ਰੇਹੜੀ ਉਠਾ ਰਹੇ ਹੋ ਕਿਉਂਕਿ ਜਿਸ ਲਾਈਨ 'ਚ ਮੈਂ ਲਗਾ ਰਹੀ ਹਾਂ ਅਪਰੋਕਸੀਮੇਟਲੀ ਉੱਥੇ ਮੈਕਸੀਮਮ 30 ਰੇਹੜੀਆਂ ਤੇ ਲੱਗੀ ਰਹੀਆਂ ਆਲਰੇਡੀ। ਉਹਨਾਂ ਨੇ 30 ਰੇਹੜੀਆਂ ਦੇ ਵਿੱਚੋਂ ਇਕੱਲੀ ਮੇਰੀ ਹੀ ਰੇਹੜੀ ਉਠਾਈ ਹੈ ਕਿਉਂਕਿ ਉਹ ਸਾਰਿਆਂ ਦੀ ਸੈਟਲਮੈਂਟ ਹੈ ਇਹਨਾਂ ਦੇ ਨਾਲ ਔਰ ਮੇਰੀ ਸੈਟਲਮੈਂਟ ਨਹੀਂ ਹੈ ਕਿਉਂਕਿ ਮੈਂ ਪੈਸੇ ਨਹੀਂ ਦੇਂਦੀ। ਉਹ ਸਾਰੇ ਉਹਨਾਂ ਦਾ ਮਹੀਨਾ ਬਣਿਆ ਹੋਇਆ ਔਰ ਮੈਂ ਮਹੀਨਾ ਨਹੀਂ, ਮੈਂ ਇਨਕਾਰ ਕਰ ਦਿੱਤਾ ਵੀ ਮੈਂ ਪੈਸੇ ਨਹੀਂ ਦੇਵਾਂਗੀ। ਕਿਸੇ ਦੇ ਗਰੀਬ ਘਰ ਦਾ ਤੁਸੀਂ ਕਹਿੰਦੇ ਹੋ ਇਹ ਕਰ ਦਿਓ, ਉਹਨਾਂ ਦੀ ਹੈਲਪ ਕਰ ਦਾਂਗੀ ਬਟ ਮੈਂ ਤੁਹਾਨੂੰ ਪੈਸੇ ਨਹੀਂ ਪੇ ਕਰ ਸਕਾਂਗੀ। ਸੋ ਭੈਣ ਜੀ ਪੈਸਿਆਂ ਦੀ ਜਿਹੜੀ ਮੰਗ ਹੈ ਡਿਮਾਂਡ ਕਿਹਨੇ ਕੀਤੀ ਗਈ ਤੁਹਾਡੇ ਵੱਲੋਂ ਤੇ ਕਿੰਨੇ ਪੈਸੇ ਦੀ ਮੰਗ ਕੀਤੀ ਗਈ ਆ? ਤੇ ਮੈਨੂੰ ਇਸ ਤੋਂ ਵੀ ਜਿਹੜਾ ਤੁਸੀਂ ਰੇਹੜੀ ਲਗਾ ਰਹੇ ਸੀ ਪਹਿਲਾਂ UTI ਮਾਰਕੀਟ 'ਚ ਕਿੰਨੇ ਚਿਰ ਤੋਂ ਰੇਹੜੀ ਲਗਾ ਰਹੇ ਸੀ ਤੇ ਪਹਿਲਾਂ ਜਿਹੜੀ ਇੱਥੇ ਲੱਗੀਆਂ ਸੀ ਰੇਹੜੀਆਂ ਕਿੰਨੇ ਚਿਰ ਰੇਹੜੀ ਲੋਕ ਕੰਮ ਕਰਦੇ ਸੀ ਤੇ? ਸਰ ਮੈਂ ਅਪ੍ਰੈਲ ਤੋਂ ਸਟਾਰਟ ਕੀਤਾ ਸੀ ਉੱਥੇ ਆਪਣਾ ਸਟਾਰਟ ਕੀਤਾ ਸੀ ਕੰਮ ਔਰ ਅਪ੍ਰੈਲ ਤੋਂ ਜਦੋਂ ਮੈਂ ਲਗਾ ਰਹੀ ਸੀ ਉਦੋਂ ਲੋਕਡਾਊਨ ਵੀ ਸੀ, ਤੁਹਾਨੂੰ ਪਤਾ ਲੋਕਡਾਊਨ 'ਚ ਮੈਂ ਸਟਾਰਟ ਕੀਤਾ ਸੀ ਆਪਣਾ ਕੰਮ, ਠੀਕ ਹੈ। ਅਤੇ ਉੱਥੇ ਜਦੋਂ ਮੈਂ ਲਗਾ ਰਹੀ ਸੀ ਹਫਤੇ ਬਾਅਦ ਉਹਨਾਂ ਨੇ ਮੇਰਾ ਸਮਾਨ ਉਠਾ ਲਿਆ। ਫਿਰ ਮੈਂ ਜਦੋਂ ਲੈਣ ਗਈ ਉਹਨਾਂ ਨੇ ਦਿੱਤਾ ਨਹੀਂ। 5 ਵਜੇ ਤੱਕ ਸਵੇਰ ਤੋਂ ਲੈ ਕੇ 5 ਵਜੇ ਤੱਕ ਮੈਨੂੰ ਬਿਠਾ ਲਿੱਤਾ। ਫਿਰ ਅਗਲੇ ਦਿਨ ਮੈਂ ਫਿਰ ਗਈ, ਫਿਰ ਚਲੋ ਕੋਈ ਵੀ ਗੱਲਬਾਤ ਸਾਡੇ ਨਾਲ ਹੋਈ, ਕੋਈ ਵੀ ਸਾਡੇ ਨਾਲ ਗੱਲਬਾਤ ਕਰਕੇ ਅਸੀਂ ਗੱਲਬਾਤ ਕੀਤੀ ਬੈਠ ਕੇ, ਠੀਕ ਹੈ। ਫਿਰ ਉਹਨਾਂ ਨੇ ਮੈਨੂੰ ਸਮਾਨ ਦਿੱਤਾ, ਕਾਰਪੋਰੇਸ਼ਨ ਦੀ ਜਿਹੜੀ ਪਰਚੀ ਸੀ ਉਹਨਾਂ ਨੇ ਪਰਚੀ ਕੱਟ ਲਈ। ਫਿਰ ਉਹਨਾਂ ਨੇ ਮੈਨੂੰ ਆਪਣਾ ਸਮਾਨ ਮੇਰਾ ਸਮਾਨ ਦਿੱਤਾ। ਫਿਰ ਉਸ ਤੋਂ ਬਾਅਦ 3-4 ਵਾਰੀ ਇਸ ਤਰ੍ਹਾਂ ਹੀ ਇਹਨਾਂ ਨੇ ਮੈਨੂੰ ਖੱਜਲ ਖਰਾਬ ਕੀਤਾ, ਮੇਰਾ ਸਮਾਨ ਉਠਾ ਕੇ ਲੈ ਜਾਂਦੇ ਨੇ ਔਰ ਮੈਂ ਇੰਨੀ ਕੁ ਮੈਂਟਲੀ ਟੌਰਚਰ ਅਪਸੈਟ ਹੋਈ ਸੀ ਕਿ ਮੈਂ ਉੱਥੇ ਕੰਮ ਕਰਨਾ ਹੀ ਬੰਦ ਕਰ ਦਿੱਤਾ। ਮੈਂ ਆਪਣੇ ਘਰ ਦੇ ਬਾਹਰ ਹੁਣ ਮੈਂ ਆਪਣੇ ਘਰ ਦੇ ਬਾਹਰ ਖੋਲ੍ਹਿਆ, ਮੈਂ ਆਪਣੇ ਘਰ ਦੇ ਬਾਹਰ ਸਟਾਰਟ ਕੀਤਾ ਹੁਣ ਇਹ ਕੰਮ। ਹੁਣ ਮੈਨੂੰ ਇੱਥੇ ਵੀ ਨਹੀਂ ਟਿਕਣ ਦੇ ਰਿਹਾ, ਹੁਣ ਇੱਥੇ ਵੀ ਕਹਿ ਰਿਹਾ ਇੱਥੇ ਤਾਂ ਮੈਂ ਆਪਣਾ ਅੱਡਾ ਲੱਗਣਾ ਸੀ, ਤੁਸੀਂ ਕਿੱਦਾਂ ਆ ਗਏ ਇੱਥੇ? ਪਰ ਮੈਨੂੰ ਇਸ ਤੋਂ ਭੈਣ ਜੀ ਕਾਰਨ ਕੀ ਹੈ ਤੁਹਾਨੂੰ ਕਿਉਂ ਹੀ ਬਾਰ-ਬਾਰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਵਾ ਜਿਹੜੇ ਇੰਸਪੈਕਟਰ ਵੱਲੋਂ ਜਿਹੜੇ
ਬਾਰ-ਬਾਰ ਤੁਹਾਨੂੰ ਅਫਸਰ ਵੱਲੋਂ ਕਿਉਂ ਤੰਗ ਪਛਾਣ ਕੀਤਾ ਜਾ ਰਿਹਾ? ਅਸੀਂ ਦੇਖ ਰਹੇ ਬਾਕੀ ਰੇਹੜੀਆਂ ਵੀ ਲੱਗੀਆਂ ਵਾ, ਉਹ ਵੀ ਤੁਸੀਂ ਦੱਸ ਰਹੇ ਹੋ ਵੀ 30 ਤੋਂ 35 ਤੋਂ ਪਲੱਸ ਰੇਹੜੀਆਂ ਲੱਗ ਰਹੀਆਂ ਯੂਟੀਏ ਮਾਰਕੀਟ 'ਚ, ਫਿਰ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ? ਕਿਉਂਕਿ ਮੈਂ ਇਹਨਾਂ ਦੇ ਕਰਪਸ਼ਨ ਦਾ ਹਿੱਸਾ ਨਹੀਂ ਬਣ ਰਹੀ, ਸੋ ਇਸ ਲਈ ਉਹ ਮੈਨੂੰ ਹੀ ਟਾਰਗੇਟ ਕਰ ਰਿਹਾ। ਅਗਰ ਮੈਂ ਕਰਪਸ਼ਨ ਦਾ ਹਿੱਸਾ ਬਣ ਜਾਂਦੀ ਤੇ ਉਹ ਮੈਨੂੰ ਓਬਵੀਅਸਲੀ ਗੱਲ ਹੈ, ਮੈਨੂੰ ਟਾਰਗੇਟ ਨਹੀਂ ਕਰਦੇ ਔਰ ਮੈਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਔਰ ਆਰਾਮ ਨਾਲ ਮੇਰਾ ਇੱਥੇ ਬਿਜ਼ਨਸ ਸਟਾਰਟ ਹੁੰਦਾ, ਜੋ ਵੀ ਮੈਂ ਆਪਣਾ ਕਰਦੀ ਹਾਂ ਛੋਟਾ ਜਿਹਾ ਕੰਮ। ਪਰ ਕੀ ਕਹਿਣਾ ਚਾਹੋਗੇ? ਚੰਨੀ ਸਰਕਾਰ ਤੇ ਕਹਿੰਦੀ ਹੈ ਵੀ ਆਮ ਬੰਦੇ ਦੀ ਸਰਕਾਰ ਆ, ਆਮ ਅਸੀਂ ਲੋਕ ਨੇ, ਹਰ ਕਿਸੇ ਦਾ ਜਿਹੜਾ ਵਾ ਹੱਕ ਲੋਕੀ ਮਿਹਨਤ ਕਰਕੇ ਜਿਹੜਾ ਆਪਣਾ ਤੇ ਆਪਣੇ ਪਰਿਵਾਰ ਦਾ ਲੋਕੀ ਪੇਟ ਪਾਲਣ। ਅਤੇ ਜੇਕਰ ਚੰਨੀ ਸਰਕਾਰ ਨੇ ਕਿਹਾ ਵੀ ਜੇਕਰ ਕੋਈ ਰਿਸ਼ਵਤ ਮੰਗਦਾ ਵਾ ਤੇ ਉਸ ਨੂੰ ਜਿਹੜਾ ਦੱਸਿਆ ਜਾਵੇ, ਫਿਰ ਤੁਹਾਡੇ ਕੋਲ ਰਿਸ਼ਵਤ ਦੀ ਕਿਉਂ ਮੰਗ ਕੀਤੀ ਗਈ ਹੈ? ਮੈਂ ਸੀਐਮ ਸਰ ਜੀ ਨੂੰ ਇਹੀ ਅਪੀਲ ਕਰਦੀ ਹਾਂ ਵੀ ਚਲੋ ਤੁਸੀਂ ਇੰਨਾ ਅੱਛਾ ਕੰਮ ਕਰ ਰਹੇ ਹੋ, ਸਾਡੇ ਪੰਜਾਬ ਦੇ ਵਿੱਚ ਇੰਨਾ ਅੱਛਾ ਆਪਣਾ ਯੋਗਦਾਨ ਦੇ ਰਹੇ ਹੋ, ਤੁਸੀਂ ਉਹੀ ਤੁਹਾਡੇ ਅੰਡਰ ਦੇਖੋ, ਤੁਹਾਡੇ ਨੀਚੇ ਜੋ ਸਟਾਫ ਹੈ, ਜਿਨ੍ਹਾਂ ਦਾ ਜਿਹੜੇ ਵਰਕਰਸ ਹੈ, EMPLOYEES ਹੈ, ਉਹ ਤੁਹਾਡੇ ਨੀਚੇ ਤਾਂ ਕਿੰਨਾ ਮਤਲਬ ਕਿ ਗਲਤ ਕਰ ਰਿਹਾ, ਜੋ ਆਪਣਾ ਰੋਜ਼ਗਾਰ ਲੇਡੀਜ਼, ਮੈਂ ਇੱਕ ਲੇਡੀਜ਼ ਹੋ ਕੇ ਰੋਜ਼ਗਾਰ ਸਟਾਰਟ ਕੀਤਾ ਔਰ ਉਹਨਾਂ ਨੇ ਮੈਨੂੰ ਸਟਾਰਟ ਨਹੀਂ ਕਰਨ ਦੇ ਰਹੇ ਮੇਰਾ ਛੋਟਾ। ਮੈਂ ਇਹੀ ਕਹਾਂਗੀ ਤੁਸੀਂ ਪਲੀਜ਼ ਉਹਨਾਂ ਦੇ ਵੱਲ ਜ਼ਰੂਰ ਧਿਆਨ ਦਿਓ। ਮੇਰੇ ਤੋਂ ਭੈਣ ਜੀ ਪੜ੍ਹੇ ਲਿਖੇ ਕਿੰਨੇ ਜੇ ਇਹ ਦੱਸੋ ਦਰਸ਼ਕਾਂ ਨੂੰ, ਤੇ ਮਜਬੂਰੀ ਕੀ ਪੈ ਗਈ ਸੀ ਤੁਹਾਨੂੰ ਜਿਹੜਾ ਇਹ ਕੰਮ ਕਰਨ ਦੀ? ਸਰ ਮੈਂ ਬੀਕਾਮ ਕੀਤੀ ਸੀ, ਮਜਬੂਰੀ ਤਾਂ ਮੈਨੂੰ ਕੋਈ ਵੀ ਨਹੀਂ ਸੀਗੀ, ਜਸਟ ਮੈਂ ਇਸ ਲਈ ਸਟਾਰਟ ਕੀਤਾ ਕਿਉਂਕਿ ਮੇਰੇ ਅੰਦਰ ਥੋੜਾ ਸੀਗਾ ਵੀ ਮੈਂ ਸੋਸ਼ਲ ਵਰਕਿੰਗ ਕਰਾਂ, ਕਿਉਂਕਿ ਜੋ ਮੈਂ ਇੱਥੋਂ ਪੈਸੇ ਕਮਾਵਾਂ, ਜੋ ਮੈਂ ਫੂਡ ਬਣਾਉਂਦੀ ਹਾਂ ਉਹ ਫੂਡ ਦੇ ਪੈਸੇ ਨਿਕਾਲ ਸਕਾਂ, ਪਲੱਸ ਜੋ ਅਨਾਥ ਬੱਚੇ ਹੈ ਜਾਂ ਅਨਾਥ ਲੜਕੀਆਂ ਉਹਨਾਂ ਦੀ ਸ਼ਾਦੀ ਜਾਂ ਕੋਈ ਵੀ ਕਿਸਮ ਦੇ ਗਰੀਬ ਹੈ ਉਹਨਾਂ ਦੀ ਹੈਲਪ ਕਰ ਸਕਾਂ, ਇਸ ਲਈ ਮੈਂ ਇਹ ਕੰਮ ਸਟਾਰਟ ਕੀਤਾ ਸੀ। ਇਹ ਕੰਮ ਸਟਾਰਟ ਕਰਦੇ ਕਰਦੇ ਮੇਰਾ 6 ਲੱਖ ਦਾ ਕਰਜ਼ਾ ਆ ਚੁੱਕਿਆ ਹੈ, ਜੋ ਕਿ ਸਟੇਟ ਆਫਿਸਰ ਧਰਮਿੰਦਰ ਸਿੰਘ ਜੀ ਜੋ ਨੇ ਉਹਨਾਂ ਦੇ ਕਾਰਨ ਹੋਇਆ, ਕਿਉਂਕਿ ਉਹ ਲੱਗਣ ਹੀ ਨਹੀਂ ਦਿੰਦੇ ਸੀਗੇ, ਮੇਰਾ ਇੰਨਾ ਸਮਾਨ ਦਾ ਨੁਕਸਾਨ ਕਰਦੇ ਸੀਗੇ, ਪਲੱਸ ਉਹ ਮੇਰਾ ਕੀ ਕਹਿੰਦੇ ਬਿਜ਼ਨਸ ਦੇ ਜੋ ਫੂਡ ਦਾ ਖਾਣਾ ਪੀਣਾ ਉਹ ਖਰਾਬ ਹੋ ਜਾਂਦਾ ਸੀਗਾ ਔਰ ਨਾਲ ਇੰਨੀ ਦਿੱਕਤ ਪਰੇਸ਼ਾਨੀ ਕਰਵਾਉਂਦੇ ਸੀਗੇ ਮੈਨੂੰ ਇੰਨਾ। ਮੇਰੇ ਤੋਂ ਭੈਣ ਜੀ ਹੁਣ ਤੁਸੀਂ ਕਿੰਨੇ ਕਰਜ਼ੇ ਥੱਲੇ ਆ ਗਏ ਜੋ? ਕਿੰਨੇ ਕਿ ਤੁਹਾਡੇ ਜਿਹੜੇ ਤੁਹਾਡੇ ਜਿਹੜਾ ਕਰਜ਼ਾ ਕਿੰਨਾ ਜਿਹਾ ਚੜ ਗਿਆ ਵਾ ਕੀ ਇਹ ਦੱਸੋ? ਸਰ ਮੇਰੇ ਉੱਪਰ 6 ਲੱਖ ਦਾ ਕਰਜ਼ਾ, ਟੋਟਲ 6 ਲੱਖ ਦਾ, ਜੋ ਕਿ ਮੈਂ ਬੈਂਕ ਨੂੰ ਦੇਣਾ ਹੈ। ਟੋਟਲ 6 ਲੱਖ ਦਾ ਕਰਜ਼ਾ ਜੋ ਅਗਰ ਮੈਂ ਨਹੀਂ ਦਿੱਤਾ ਤੇ ਤੁਹਾਨੂੰ ਵੀ ਪਤਾ ਹੈ ਫਿਰ ਉਹ ਕੀ ਕਰਦੇ ਨੇ, ਔਰ ਮੇਰੇ ਕੋਲ ਕੁਝ ਇਹੋ ਜਿਹੀ ਚੀਜ਼ ਵੀ ਨਹੀਂ ਹੈ। ਮੈਂ ਤੇ ਜਿੰਨੇ ਮੇਰੇ ਕੋਲ ਗਹਿਣੇ ਸੀ ਮੈਂ ਉਹ ਵੀ ਆਪਣੇ ਵੇਚ ਕੇ ਇਹ ਕੰਮ ਸ਼ੁਰੂ ਕੀਤਾ ਹੈ, ਜਿੰਨੇ ਵੀ ਗਹਿਣੇ ਸੀ ਮੇਰੇ ਕੋਲ। ਤੁਸੀਂ ਦੇਖ ਰਹੇ ਹੋ ਤਸਵੀਰਾਂ ਅੰਮ੍ਰਿਤਸਰ ਦੇ ਲਾਂਸ ਰੋਡ ਚੌਂਕ ਦੀਆਂ, ਕਿਸ ਤਰ੍ਹਾਂ ਜਿਹੜੀ ਇਹ ਭੈਣ ਆ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਸਤੇ ਜਿਹੜਾ ਰੇਹੜੀ ਲਗਾ ਕੇ ਜਿਹੜਾ ਮਿਹਨਤ ਮੁਸ਼ੱਕਤ ਕਰਕੇ ਜਿਹੜਾ ਪਰਿਵਾਰ ਦਾ ਪੇਟ ਪਾ ਰਹੀ ਸੀ, ਪਰ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਅਫਸਰਾਂ ਉੱਤੇ ਵੀ ਉਸ ਨੂੰ ਜਿਹੜਾ ਰੇਹੜੀ ਲਾਉਣ ਦੀ ਬਜਾਏ ਜਿਹੜਾ ਉਸ ਨੂੰ ਪੈਸੇ ਦੀ ਡਿਮਾਂਡ ਕੀਤੀ ਗਈ ਹੈ, ਮੰਗ ਕੀਤੀ ਗਈ ਆ ਵੀ ਜੇਕਰ ਤੁਸੀਂ ਮਹੀਨਾ ਦਿਓਗੇ ਤੇ ਫਿਰ ਹੀ ਜਿਹੜਾ ਤੁਹਾਨੂੰ ਰੇਹੜੀ ਲੱਗਣ ਦੀ ਜਿਹੜੀ ਇਜਾਜ਼ਤ ਮਿਲੇਗੀ। ਤੁਸੀਂ ਦੇਖ ਲਓ ਜਿੱਥੇ ਚੰਨੀ ਸਰਕਾਰ ਗੱਲ ਕਰਦੀ ਆ ਵੀ ਅਸੀਂ ਆਮ ਵਰਗ ਦੇ ਲੋਕਾਂ ਦੇ ਨਾਲ ਖੜੇ ਆ, ਆਮ ਲੋਕਾਂ ਦੀ ਸਰਕਾਰ ਆ, ਪਰ ਚੰਨੀ ਸਾਹਿਬ ਇੱਕ ਵਾਰੀ ਹਾਲਾਤ ਦੇਖ ਲਓ ਕੀ ਹਾਲਾਤ ਨੇ, ਜਿੱਥੇ ਕਿ ਲੋਕਾਂ ਨੂੰ ਮਿਹਨਤ ਕਰਨ ਵਾਸਤੇ ਜਿਹੜਾ ਲੋਕ ਰੋਟੀ ਪਾਣੀ ਦਾ ਜਿਹੜਾ ਜੁਗਾੜ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਔਖਾ ਹੋਇਆ ਵਾ। ਤੁਸੀਂ ਦੇਖ ਲਓ ਕਿਸ ਤਰ੍ਹਾਂ ਜਿਹੜੇ ਅਫਸਰ ਨੇ ਆਪਣੀ ਕਿਸ ਤਰ੍ਹਾਂ ਮਨ ਮਰਜ਼ੀ ਕਰ ਰਹੇ ਨੇ। ਸੀਨਾ ਤਾਂ ਦਿਖਾ ਰਹੇ ਅੰਮ੍ਰਿਤਸਰ ਦੇ ਲਾਂਸ ਰੋਡ ਦੀਆਂ। ਭੈਣਾ ਕੀ ਕਹਿਣਾ ਚਾਹੋਗੇ ਇਸ ਸੰਬੰਧ ਤੁਸੀਂ ਕਿਸੇ ਅਫਸਰਾਂ ਨੂੰ, ਕਿਸੇ ਦੇ ਮੁੱਖ ਮੰਤਰੀ ਪੰਜਾਬ ਚੰਨੀ ਸਿੰਘ ਚੰਨੀ ਨੂੰ, ਕਿਸੇ ਨੂੰ ਅਹੁਦੇਦਾਰ ਨੂੰ ਕਿਸੇ ਮਿਲੇ ਜਾਏ ਤੱਕ? ਨਹੀਂ ਸਰ ਮੈਂ ਹਜੇ ਤੱਕ ਤਾਂ ਕਿਸੇ ਨੂੰ ਮਿਲੀ ਨਹੀਂ ਆ, ਬਟ ਇਹ ਜਿੰਨੇ ਵੀ ਸਾਰੇ ਨੇ ਇਹਨਾਂ ਨੂੰ ਮੈਂ ਕਮਿਸ਼ਨਰ ਔਰ ਵੂਮਨ ਸੈੱਲ ਦੇ ਮੈਮ ਹੈ ਜੋ ਮਨੀਸ਼ਾ ਗੁਲਾਟੀ ਮੈਮ, ਉਹਨਾਂ ਨੂੰ ਵੀ ਮੈਂ ਸਪੀਡ ਪੋਸਟ ਕੀਤੀ ਹੈ ਆਪਣੀ ਲੈਟਰਸ ਕੰਪਲੇਂਟ ਜੋ ਮੈਂ ਡਾਲੀ ਹੈ, ਬਟ ਮੈਂ ਪਰਸਨਲੀ ਹਜੇ ਕਿਸੇ ਨੂੰ ਵੀ ਨਹੀਂ ਮਿਲ ਪਾਈ ਔਰ ਨਾ ਮਿਲਿਆ ਜਾਂਦਾ ਹੈ ਮੇਰੇ ਕੋਲ, ਕਿਉਂਕਿ ਮੈਨੂੰ 5 ਵਜੇ ਤੱਕ ਤਾਂ ਉਹੀ ਬਿਠਾ ਲੈਂਦਾ ਵੀ ਮੈਂ ਸਮਾਨ ਦੇਵਾਂਗੀ। ਮੈਨੂੰ ਤਾਂ ਇਹੀ ਹੈ ਚਲੋ ਮੇਰਾ ਰੋਜ਼ਗਾਰ ਸਟਾਰਟ ਹੋ ਜਾਏਗਾ, ਸਮਾਨ ਮਿਲ ਜਾਏਗਾ ਇੱਕ ਵਾਰੀ। ਪਹਿਲੇ ਜਿਹੜਾ ਸਮਾਨ ਚੁੱਕ ਕੇ ਲੈ ਗਏ ਨੇ ਉਹ ਸਮਾਨ ਵਿੱਚ ਕੀ ਕੀ ਆ ਤੇ ਕਿੰਨੇ ਦਾ ਸਮਾਨ ਆ ਜਦੋਂ ਤੁਸੀਂ ਰੇਹੜੀ ਨਹੀਂ ਲਗਾ ਰਹੇ, ਤੁਹਾਡਾ ਕਿੰਨੇ ਦਾ ਨੁਕਸਾਨ ਹੋ ਚੁੱਕਿਆ ਹੁਣ ਤੱਕ? ਸਰ ਹੁਣ ਤੱਕ ਤਾਂ ਅਪਰੋਕਸੀਮੇਟਲੀ 30-40 ਹਜ਼ਾਰ ਦਾ ਤਾਂ ਸਾਡਾ ਸਮਾਨ ਸੀ ਜੋ ਉਠਾ ਚੁੱਕੇ ਨੇ। ਜੋ ਪਹਿਲੇ ਉਠਾ ਚੁੱਕੇ ਸੀ ਉਹ ਮੇਰਾ 5-6 ਹਜ਼ਾਰ ਦਾ ਸੀ, ਜੋ ਪੂਰਾ ਗਾਲ ਸਾੜ ਕੇ ਇਹਨਾਂ ਨੇ ਦਿੱਤਾ। ਹੁਣ ਤਾਂ ਮੈਨੂੰ ਨਵਾਂ ਬਣਾਉਣਾ ਕੀਤਾ ਕਿਉਂਕਿ ਮੇਰਾ ਚੂਲਾ, ਗੈਸ ਸਿਲੰਡਰ, ਮੇਜ਼, ਟੇਬਲਸ, ਇਹ ਉਹ ਸਾਰੀ A to Z ਜੋ ਚੀਜ਼ਾਂ ਸੀਗੀਆਂ ਮੇਰੀਆਂ ਸਾਰੀਆਂ ਉਠਾ ਕੇ ਲੈ ਕੇ ਗਈ ਹੈ, ਜੋ ਕਿ ਮੈਂ ਫੋਟੋਜ਼ ਵੀ ਕਲਿੱਕ ਕੀਤੀ ਹੈ ਉਹਨਾਂ ਦੀ। ਇਸ ਵਿੱਚ ਜਦੋਂ ਸਮਾਨ ਚੁੱਕ ਕੇ ਲੈ ਗਏ ਸੀ ਉਸ ਟਾਈਮ ਤੇ ਤੁਸੀਂ ਮੌਕੇ ਤੇ ਸੀ ਜਾਂ ਕਿ ਮੌਕੇ ਤੇ ਨਹੀਂ ਸੀ? ਨਹੀਂ ਅਸੀਂ ਉਦੋਂ ਆਪਣੇ ਘਰ ਸੀਗੇ, ਸਾਨੂੰ ਕਿਸੇ ਦਾ ਕੋਲ ਆਇਆ ਸੀ ਵੀ ਤੁਹਾਡਾ ਇੱਦਾਂ ਕਾਰਪੋਰੇਸ਼ਨ ਦੇ ਦਫ਼ਤਰ ਦੇ EMPLOYE ਆਏ ਨੇ, ਉਹ ਤੁਹਾਡਾ ਤਾਲਾ ਤੋੜ ਰਹੇ ਔਰ ਸਾਡਾ ਸਮਾਨ ਉਠਾ ਰਹੇ ਆ। ਮੈਂ ਕਿਹਾ ਚਲੋ ਠੀਕ ਹੈ ਮੈਂ ਆ ਰਹੀ ਹਾਂ। ਮੈਂ ਜਦ ਆਈ ਉਹ ਟਰੱਕ ਦੇ ਵਿੱਚ ਸਾਰਾ ਸਮਾਨ ਲੈ ਕੇ ਤਾਲਾ ਤੋੜ ਕੇ ਲੈ ਚੁੱਕੇ ਸੀਗੇ। ਇਸ ਤੋਂ ਹੁਣ ਕੀ ਮੰਗ ਕਰਦੇ ਹੋ? ਜੇਕਰ ਤੁਸੀਂ ਦੱਸ ਰਹੇ ਹੋ ਜਿਵੇਂ ਤੁਹਾਡੇ 6 ਲੱਖ ਦਾ ਕਰਜ਼ਾ ਵੀ ਚੜ ਗਿਆ ਵਾ, ਕਿਸ ਤਰ੍ਹਾਂ ਦਾ ਕਰਜ਼ਾ ਉਤਾਰੋਗੇ? ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੈਂ ਸਰਕਾਰ ਕੋਲ ਇਹੀ ਮੰਗ ਕਰਦੀ ਹਾਂ ਵੀ ਪਲੀਜ਼ ਮੇਰਾ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ, ਮੇਰਾ ਸਿਰਫ ਕੰਮ ਸਟਾਰਟ ਕਰਨ ਦਿਓ, ਕਿਉਂਕਿ ਖੁਦ ਹੀ ਤੁਸੀਂ ਕਹਿ ਰਹੇ ਹੋ ਕੁੜੀਆਂ ਪੜ੍ਹਾਓ, ਕੁੜੀਆਂ ਨੂੰ ਵਧਾਓ, ਕੁੜੀਆਂ ਨੂੰ ਲਿਖਾਓ, ਸਾਰਾ ਕੁਝ ਉਹਨਾਂ ਦੇ। ਔਰ ਇੱਕ ਲੇਡੀਜ਼ ਹੋ ਕੇ ਮੈਂ ਜੇ ਕੰਮ ਸਟਾਰਟ ਕੀਤਾ ਤੇ ਪਲੀਜ਼ ਮੈਨੂੰ ਹੱਥ ਜੋੜ ਕੇ ਬੇਨਤੀ ਹੈ ਕਰਨ ਦਿਓ,
ਤਾਂ ਕਿ ਮੈਂ ਆਪਣਾ ਰੋਜ਼ ਜੋ 6 ਲੱਖ ਦਾ ਲੋਨ ਹੈ ਮੈਂ ਤਾਰ ਸਕਾਂ ਆਪਣਾ। ਤਾਂ ਮੈਨੂੰ ਰੋਜ਼ਗਾਰ, ਇਹ ਮੇਰਾ ਰੋਜ਼ਗਾਰ ਨਾ ਮੇਰੇ ਹੱਥੋਂ ਛੀਨੋ, ਮੈਨੂੰ ਚਲਾ ਲੈਣ ਦਿਓ ਆਪਣਾ। ਅਗਰ ਮੇਰਾ 6 ਲੱਖ ਦਾ ਲੋਨ ਨਹੀਂ ਉਤਰਿਆ ਤਾਂ ਫਿਰ ਹਾਰ ਕੇ ਇੱਕੋ ਹੀ ਹੱਲ ਹੈ ਵੀ ਸੁਸਾਈਡ ਹੀ ਕਰਨਾ ਹੋਏਗਾ। ਤੁਸੀਂ ਦੇਖਿਆ ਇਸ ਭੈਣ ਵੱਲੋਂ ਕਿਸ ਤਰ੍ਹਾਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਸਟੇਟ ਅਫਸਰ ਦੇ ਉੱਤੇ ਵੀ ਕਿਸ ਤਰ੍ਹਾਂ ਜਿਹੜਾ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ, ਤੇ ਇਸ ਭੈਣ ਨੇ ਕਿਹਾ ਕਿ ਉਸ ਤੇ ਜਿਹੜਾ 6 ਲੱਖ ਦਾ ਉਸ ਦਾ ਕਰਜ਼ਾ ਵਾ, ਜੇਕਰ ਉਹ ਕਰਜ਼ਾ ਨਹੀਂ ਉਤਰਦਾ ਤੇ ਉਹ ਤੇ ਆਪਣੇ ਪਰਿਵਾਰ ਦੇ ਨਾਲ ਸੁਸਾਈਡ ਕਰੇਗਾ। ਤੇ ਭੈਣ ਕੌਣ ਜ਼ਿੰਮੇਵਾਰ ਹੋਊਗਾ ਇਸ ਚੀਜ਼ ਦਾ? ਜੇਕਰ ਤੁਸੀਂ ਦੱਸੇ ਹੋ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਸੁਸਾਈਡ ਕਰਨਾ, ਜ਼ਿੰਮੇਵਾਰ ਕੌਣ ਹੋਊਗਾ? ਇਸ ਚੀਜ਼ ਦਾ ਜ਼ਿੰਮੇਵਾਰ ਇੱਕੋ ਹੀ ਬੰਦਾ ਹੈ ਜੋ ਕਿ ਸਾਨੂੰ ਇੱਥੇ ਮੇਰਾ ਕੰਮ ਨਹੀਂ ਸਟਾਰਟ ਕਰਨ ਦੇ ਰਿਹਾ, ਸ਼੍ਰੀ ਧਰਮਿੰਦਰ ਸਿੰਘ ਜੀ ਜੋ ਨੇ, ਉਹ ਹੀ ਜ਼ਿੰਮੇਵਾਰ ਹੋਣਗੇ, ਕਿਉਂਕਿ ਉਹਨਾਂ ਦੀ ਹੀ ਕਰਨੀ ਭਰਨੀ ਹੈ ਜੋ ਕਿ ਅੱਗੇ ਆਏਗੀ। ਫਿਰ ਉਹਨਾਂ ਦੀ ਹੀ ਜੋ ਇਹ ਸਾਡੇ ਨਾਲ ਮਿਸਬਿਹੇਵ ਕਰਦੇ ਨੇ, ਸਾਨੂੰ ਕੰਮ ਨਹੀਂ ਕਰਨ ਦੇ ਰਹੇ, ਸਾਡਾ ਕੀ ਕਹਿੰਦੇ ਆ ਰੋਜ਼ਗਾਰ ਛੀਨਿਆ, ਔਰ ਉਹੀ ਇਹਦੇ ਹੱਕਦਾਰ ਹੋਣਗੇ, ਉਹੀ ਜ਼ਿੰਮੇਵਾਰੀ ਹੋਏਗੀ ਉਹਨਾਂ ਦੀ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਭੈਣ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ। ਇੱਕ ਬੰਨੇ ਚੰਨੀ ਸਰਕਾਰ ਕਹਿ ਰਹੀ ਹੈ ਵੀ ਗਰੀਬਾਂ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਆ, ਪਰ ਚੰਨੀ ਸਾਹਿਬ ਦੇ ਰਾਜ ਵਿੱਚ ਹੀ ਕੀ ਹਾਲਾਤ ਬਣੇ ਨੇ। ਇਸ ਭੈਣ ਦੇ 2-3 ਵਾਰੀ ਜਿਹੜਾ ਸਮਾਨ ਚੁੱਕ ਕੇ ਲੈ ਗਏ ਨੇ ਕਾਰਪੋਰੇਸ਼ਨ ਵਾਲੇ। ਤੁਸੀਂ ਦੇਖ ਰਹੇ ਹੋ ਪਹਿਲਾਂ UTI ਮਾਰਕੀਟ ਅੰਮ੍ਰਿਤਸਰ ਜੀ, ਉੱਥੇ ਵੀ ਜਿਹੜੀਆਂ ਕਾਫੀ ਰੇਹੜੀ ਲੱਗਦੀਆਂ ਨੇ, ਪਰ ਫਿਰ ਵੀ ਜਿਹੜਾ ਬਾਰ-ਬਾਰ ਇਸ ਬੀਬੀ ਨੂੰ ਕਿਉਂ ਹੀ ਭੈਣ ਨੂੰ ਜਿਹੜਾ ਕਿਉਂ ਟਾਰਗੇਟ ਕੀਤਾ ਜਾ ਰਿਹਾ, ਇਸ ਦੀ ਕਿਉਂ ਹੀ ਸਮਾਨ ਜਿਹੜਾ ਚੁੱਕ ਕੇ ਲੈ ਕੇ ਜਾ ਰਿਹਾ ਹੈ। ਇੱਕ ਵਾਰੀ ਸਟੇਟ ਅਫਸਰ ਜਿਹੜੇ ਧਿੰਦਰ ਸਿੰਘ ਉਹਨਾਂ ਵੀ ਗੱਲਬਾਤ ਕਰਕੇ ਕਰਦੇ ਆ, ਪੁੱਛਦੇ ਆ ਕੀ ਕਾਰਨ ਕੀ ਆ, ਕਿਉਂ ਪਰੇਸ਼ਾਨ ਕੀਤਾ ਜਾ ਰਿਹਾ। ਕਿਉਂਕਿ ਜਿੱਥੇ ਚੰਨੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਗਰੀਬਾਂ ਦੇ ਨਾਲ ਆ, ਗਰੀਬਾਂ ਨੂੰ ਆਏ ਦਿਨ ਜਿਹੜੇ ਨੇਤੇ ਨਵੇਂ ਤੋਹਫੇ ਦਿੱਤੇ ਜਾਂਦੇ ਨੇ, ਉੱਥੇ ਹੀ ਜਿਹੜਾ ਇਹ ਬੀਬੀ ਜਿਹੜਾ ਆਪਣੇ ਪਰਿਵਾਰ ਦਾ ਆਪਣਾ ਪੇਟ ਪਾਲਣ ਵਾਸਤੇ ਮਜਬੂਰ ਹੋ ਗਈ ਆ। ਤੁਸੀਂ ਦੇਖਿਆ 6 ਲੱਖ ਦੇ ਜਿਹੜੇ ਆ ਕਰਜ਼ੇ ਥੱਲੇ ਆ ਗਈ ਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਧਰਮਿੰਦਰ ਜਿਹੜਾ ਕਿ ਸਟੇਟ ਅਫਸਰ ਨੇ। ਭੈਣ ਜੀ ਕੀ ਕਹਿਣਾ ਚਾਹੋਗੇ, ਕਿਉਂ ਹੋਰ ਤੁਹਾਡੇ ਮਨ ਵਿੱਚ ਕੀ ਜਿਹੜੀ ਗੱਲਾਂ ਹੈਗੀਆਂ ਜਿਹੜੀਆਂ ਤੁਹਾਨੂੰ ਉਹ ਟਾਰਗੇਟ ਕੀਤਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਸਰ ਜਦੋਂ ਮੈਂ ਉਹਨਾਂ ਕੋਲ ਆਪਣਾ ਸਮਾਨ ਛੁਡਵਾਉਣ ਗਈ ਸੀਗੀ, ਉਹਨਾਂ ਦਾ ਮੈਸੇਜ ਉਹਨਾਂ ਨੇ ਆਪਣਾ ਇੰਪਲੋਈ ਨੂੰ ਭੇਜਿਆ ਵੀ ਤੁਸੀਂ ਉਹਨਾਂ ਨੂੰ ਜਾ ਕੇ ਇੱਕੋ ਹੀ ਗੱਲ ਕਹਿ ਦਿਓ, ਚਾਹੇ ਤੁਸੀਂ ਪੋਲੀਟਿਕਸ 'ਚ ਚਲ ਜਾਓ ਜਾਂ ਕਿਸੇ ਮੈਮ ਕੋਲ ਚਲ ਜਾਓ, ਕਿਸੇ ਕਮਿਸ਼ਨਰ ਕੋਲ ਚਲ ਜਾਓ, ਮੇਰਾ ਕੋਈ ਕੁਝ ਕਰ ਨਹੀਂ ਪਾਏਗਾ, ਠੀਕ ਹੈ। ਔਰ ਤੁਹਾਨੂੰ ਮੈਂ ਸਮਾਨ ਇੱਕੋ ਹੀ ਸ਼ਰਤ 'ਤੇ ਦੇਵਾਂਗਾ ਜਦ ਕਿ ਤੁਸੀਂ ਮੈਨੂੰ ਆਪਣੇ ਐਫੀਡੇਵਿਟ ਲਿਖ ਕੇ ਦੋਗੇ ਵੀ ਜੋ ਮੈਂ ਕੰਪਲੇਂਟ ਤੁਹਾਡੇ ਖਿਲਾਫ ਪਾਈ ਹੈ ਉਹ ਮੈਂ ਵਾਪਸ ਲੈਂਦੀ ਹਾਂ, ਔਰ ਜੋ ਮੈਂ ਇਲਜ਼ਾਮ ਲਗਾਏ ਆ ਉਹ ਵੀ ਬੇਬੁਨਿਆਦ ਹੈ, ਕੋਈ ਸੱਚਾਈ ਨਹੀਂ ਹੈ ਇਸ ਕੰਪਲੇਂਟ 'ਤੇ, ਤੁਸੀਂ ਆਪਣਾ ਕੰਪਲੇਂਟ ਵਾਪਸ ਲਓ। ਔਰ ਪਲੱਸ ਉਹ ਕਹਿੰਦਾ ਇਸ ਅੱਡੇ 'ਤੇ ਕਦੀ ਤੁਸੀਂ ਆਪਣਾ ਰੋਜ਼ਗਾਰ ਸਟਾਰਟ ਨਹੀਂ ਕਰੋਗੇ, ਬਿਜ਼ਨਸ ਸਟਾਰਟ ਨਹੀਂ ਕਰੋਗੇ, ਚਾਹੇ ਔਰ ਉਹ ਹੁਣ ਕਹਿ ਰਿਹਾ ਵੀ ਰੇੜੀ ਲਗਾ ਲਓ, ਬਟ ਉਹ ਕਹਿ ਰਿਹਾ ਇੱਥੇ ਰੇੜੀ ਵੀ ਨਹੀਂ ਲੱਗਣ ਦੇਗੀ, ਬਾਅਦ 'ਚੋਂ ਸਾਡੀ ਰੇੜੀ ਵੀ ਉਠਾ ਕੇ ਲੈ ਜਾਂਦਾ ਹੈ। ਪਰ ਮੈਨੂੰ ਦੱਸੋ ਭੈਣ ਜੀ, ਆਪਣੇ ਅੰਮ੍ਰਿਤਸਰ ਵਿੱਚ ਉਪ ਮੁੱਖ ਮੰਤਰੀ ਨੇ ਮਾਝੇ ਦੇ ਦੋ ਮਾਝੇ ਦੇ ਜਿਹੜੇ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਜਾਂ MLA ਨੇ, ਮੰਤਰੀ ਨੇ, ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਹੁਣ ਤੱਕ ਮਿਲਿਆ? ਤੁਸੀਂ ਕਿਸੇ ਲੀਡਰ ਨੂੰ ਮਿਲੇ ਹੁਣ ਤੱਕ? ਨਹੀਂ ਸਰ, ਮੈਂ ਹਜੇ ਤੱਕ ਕਿਸੇ ਲੀਡਰਸ ਨੂੰ ਮਿਲੀ, ਬਸ ਮੇਰੇ ਕੋਲ ਕੀ ਕਹਿੰਦੇ ਆ ਮੇਰੀ ਹੈਲਪ ਕਰਨ ਲਈ 3 ਆਏ ਸੀਗੇ, ਕਾਉਂਸਲਰ ਜੀ ਆਏ ਸੀਗੇ, ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ ਹੈ, ਬਟ ਉਹਨਾਂ ਨੇ ਮੈਨੂੰ ਇਹ ਜ਼ਰੂਰ ਕਿਹਾ ਵੀ ਮੈਂ ਤੁਹਾਡਾ ਪੂਰਾ ਪੱਕਾ ਮਤਲਬ ਭਰੋਸਾ ਦਿਵਾ ਕੇ ਜਾਣਾ ਵੀ ਮੈਂ ਤੁਹਾਨੂੰ ਜੋ ਤੁਹਾਡਾ ਹੱਲ ਹੈ ਮੈਂ ਕੱਢ ਕੇ ਜਾਵਾਂਗਾ ਇਸ ਅੱਡੇ ਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਇੱਕ ਬੰਨੇ ਕਿਹਾ ਜਾਂਦਾ ਵੀ ਬੇਟੀ ਪੜਾਓ ਬੇਟੀ ਬਚਾਓ, ਇੱਕ ਬੰਨੇ ਸਾਡੀ ਜਿਹੜੀ ਆ ਭੈਣ ਜਿਹੜੀ ਆ ਇਹ ਆਪਣਾ ਰੋਜ਼ਗਾਰ ਚਲਾ ਕੇ ਆਪਣਾ ਪਰਿਵਾਰ ਦਾ ਪੇਟ ਪਾਲਦੀ ਆ, ਪਰ ਜਿਹੜਾ ਕੁਝ ਅਫਸਰਾਂ ਵੱਲੋਂ ਜਿਹੜਾ ਉਸ ਨੂੰ ਜਿਹੜਾ ਤੰਗ ਪਛਾਣ ਕੀਤਾ ਜਾ ਰਿਹਾ ਵਾ, ਜਿਹੜੇ ਕਿ ਸਟੇਟ ਅਫਸਰ ਨੇ ਜਿਹੜੇ ਕਿ ਧਰਮਿੰਦਰ ਸਿੰਘ, ਉਸ ਦਾ ਵੀ ਜਿਹੜਾ ਫੋਨ ਲਗਾਉਂਦੇ ਉਹਨਾਂ ਨੂੰ ਪੁੱਛਦੇ ਆ ਕੀ ਕਾਰਨ ਕੀ ਆ। ਬੈਲ ਜਾ ਰਹੀ ਹੈ, ਲਗਾਤਾਰ ਫੋਨ ਲਗਾਇਆ ਜਾ ਰਿਹਾ। ਧਰਮਿੰਦਰ ਸਿੰਘ ਜਿਹੜਾ ਕਿ ਸਟੇਟ ਅਫਸਰ ਨੇ, ਫੋਨ ਲਗਾਇਆ ਜਾ ਰਿਹਾ, ਦੇਖਦੇ ਆ ਫੋਨ ਚੱਕਦੇ ਕਿ ਨਹੀਂ ਚੱਕਦੇ। ਲਗਾਤਾਰ ਜਿਹੜੇ ਕਿ ਬੜੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬੀਬੀ ਵੱਲੋਂ। ਸਟੇਟ ਅਫਸਰ ਜਿਹੜਾ ਕਿ ਧਰਮਿੰਦਰ ਸਿੰਘ ਦੇ ਫੋਨ ਨਹੀਂ ਚੁੱਕਿਆ ਗਿਆ, ਇੱਕ ਵਾਰੀ ਫਿਰ ਫੋਨ ਟਰਾਈ ਕਰਕੇ ਦੇਖਦੇ ਹਾਂ। और करना हाँ जी धुंदर सिंह जी। हाँ जी भाजी हरजीत गरेवाल बोल रहा जी, पंजाबी लोग चैनल तो पत्रकार। वीर जी नहीं वीर जी मेरी गल सुनो, लाइव चलन दिया, एक मैनूं दस दो भी तुहाडे ते बीबी नाल इल्जाम लगाए जा रहे हैं जी अमनदीप कौर वालों, की मामला की सारे? ਤੁਸੀਂ ਦੇਖਿਆ ਵੀ ਫੋਨ ਜਿਹੜਾ ਵਾ ਉਹਨਾਂ ਨੇ ਪਹਿਲਾਂ ਚੁੱਕਿਆ ਨਹੀਂ, 3 ਵਾਰ ਫੋਨ ਜਿਹੜਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਜੇਕਰ ਫੋਨ ਲੱਗਾ ਹੀ ਆ ਤੇ ਉਹਨਾਂ ਨੇ ਫੋਨ ਜਿਹੜਾ ਕੱਟ ਕਰ ਦਿੱਤਾ ਗਿਆ ਵਾ, ਕਿਉਂਕਿ ਮਾਮਲਾ ਪੁੱਛਿਆ ਗਿਆ ਸੀ ਬੀਬੀ ਵੱਲੋਂ, ਬੜੇ ਗੰਭੀਰ ਇਲਜ਼ਾਮ ਲਗਾਏ ਗਏ ਸੀ, ਪਰ ਸਾਡਾ ਫਰਜ਼ ਬਣਦਾ ਸੀ, ਸਾਡਾ ਪੱਖ ਲੈਣ ਦਾ ਫਰਜ਼ ਬਣਦਾ ਸੀ, ਸੱਚਾਈ ਕੀ ਆ। ਪਰ ਤੁਸੀਂ ਦੇਖਿਆ ਵੀ 3 ਵਾਰ ਫੋਨ ਜਿਹੜਾ ਲਗਾਇਆ ਗਿਆ, ਫੋਨ ਨਹੀਂ ਚੁੱਕਿਆ ਗਿਆ। ਜਦੋਂ ਫੋਨ ਚੁੱਕਿਆ ਗਿਆ ਚੌਥੀ ਵਾਰ ਤੇ ਫੋਨ ਦੇ ਗੱਲਬਾਤ ਕੀਤੀ ਗਈ
ਦੱਸਿਆ ਗਿਆ ਅਸੀਂ ਪੱਤਰਕਾਰ ਬੋਲ ਰਹੇ ਆ, ਇਸ ਮਸਲੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਨਾਲੇ ਇਹਨਾਂ ਨੇ ਫੋਨ ਜਿਹੜਾ ਉਹ ਕੱਟ ਕਰ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਵੀ ਜਿਹੜੇ ਇਸ ਪੁਲਿਸ ਇਸ ਵਿੱਚ ਜਿਹੜੇ ਅਧਿਕਾਰੀ ਨੇ, ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਜਾਂ ਜਿਹੜੇ ਮੰਤਰੀ ਨੇ ਅੰਮ੍ਰਿਤਸਰ ਦੇ, ਦੇਖਣਾ ਹੋਵੇਗਾ ਵੀ ਇਸ ਭੈਣ ਨੂੰ ਜਿਹੜਾ ਵਾ ਕਦੋਂ ਤੱਕ ਜਿਹੜਾ ਇਨਸਾਫ ਦਿਵਾਇਆ ਜਾਂਦਾ। ਕਿਉਂਕਿ ਚੰਨੀ ਸਰਕਾਰ ਗੱਲ ਕਰ ਰਹੀ ਹੈ ਵੀ ਗਰੀਬਾਂ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਆ, ਪਰ ਉਹਨਾਂ ਦੀ ਸਰਕਾਰ ਵਿੱਚ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਇੱਕ ਭੈਣ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਦਰਦਾਂ ਦੀ ਠੋਕਰਾਂ ਖਾ ਰਹੀ ਆ। ਜੇਕਰ ਉਹ ਮਿਹਨਤ ਕਰ ਰਹੀ ਆ ਤਾਂ ਉਸਨੂੰ ਜਿਹੜਾ ਮਿਹਨਤ ਨਹੀਂ ਕੀਤਾ ਜਿਹੜਾ ਜਾ ਰਿਹਾ ਹੈ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਇਹ ਭੈਣ ਇਨਸਾਫ ਵਾਸਤੇ ਕਿਸ ਤਰ੍ਹਾਂ ਦਰਦਾਂ ਦੀ ਠੋਕਰਾਂ ਖਾ ਰਹੀ ਆ, ਆਪਣਾ ਮਿਹਨਤ ਕਰਕੇ ਜਿਹੜਾ ਰੋਟੀ ਕਮਾ ਕੇ ਜਿਹੜਾ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੀ ਸੀ। ਚੰਨੀ ਸਰਕਾਰ ਤੱਕ ਤੇ ਜਿਹੜੀ ਆ ਗੱਲ ਨਹੀਂ ਪਹੁੰਚੀ, ਪਰ ਕੁਝ ਸਮਾਜ ਸੇਵੀ ਸੰਸਥਾ ਜਿਹੜੀਆਂ ਉਹਨਾਂ ਤੱਕ ਗੱਲ ਪਹੁੰਚ ਗਈ ਆ। ਉਹ ਜਿਹੜੇ ਸਮਾਜ ਸੇਵੀ ਵੀਰ ਨੇ, ਲੋਕ ਰਾਜ ਲਹਿਰ ਤੋਂ ਪੰਜਾਬ ਦੇ ਆਗੂ ਸੁਖਜਿੰਦਰ ਸਿੰਘ ਭਗਤੂਪੁਰਾ ਉਹ ਪਹੁੰਚੇ ਨੇ, ਉਹਨਾਂ ਗੱਲਬਾਤ ਕਰਦੇ ਆ। ਭਗਤੂਪੁਰਾ ਸਾਹਿਬ ਕੀ ਕਹਿਣਾ ਚਾਹੋਗੇ? ਚੰਨੀ ਸਰਕਾਰ ਬੜੇ ਦਾਅਵੇ ਕਰਦੀ ਹੈ ਵੀ ਆਮ ਬੰਦਿਆਂ ਦੀ ਸਰਕਾਰ ਆ, ਆਮ ਲੋਕਾਂ ਦੀ ਸਰਕਾਰ ਆ, ਪਰ ਤੁਸੀਂ ਦੇਖਿਆ ਵੀ ਇਹ ਜਿਹੜੀ ਭੈਣ ਆ ਮਿਹਨਤ ਕਰਕੇ ਰੋਟੀ ਕਮਾ ਕੇ ਜਿਹੜਾ ਪਰਿਵਾਰ ਦਾ ਪੇਟ ਪਾਲ ਰਹੀ ਸੀ, ਉਹਨੂੰ ਜਿਹੜੀ ਲਗਾ ਦਿੱਤੀ ਗਈ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਕਿ ਚੰਨੀ ਸਾਹਿਬ ਤੁਸੀਂ ਕਾਨਫਰੰਸਾਂ ਬੜੀਆਂ ਵਧੀਆ ਕਰਦੇ ਜੇ ਤੇ ਵਾਹ ਵੀ ਪੂਰੀ ਖੱਟ ਰਹੇ ਜੇ ਪੂਰੇ ਪੰਜਾਬ ਦੇ ਵਿੱਚ। ਲੋਕੀ ਕਹਿੰਦੇ ਚੰਨੀ ਸਾਹਿਬ ਆ ਗਏ ਜੀ, ਚੰਨੀ ਸਾਹਿਬ ਕਰਦੇ ਮਸਲੇ ਹੱਲ, ਘਰ ਘਰ ਦੇ ਵਿੱਚ ਚੱਲੀ ਗੱਲ। ਪਰ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ, ਚੰਨੀ ਸਾਹਿਬ ਤੁਸੀਂ ਦੀਵਾਲੀ ਤੇ ਵੀ ਕਾਨਫਰੰਸ ਕੀਤੀ ਸੀ ਕਿ ਕੋਈ ਵੀ ਮੁਲਾਜ਼ਮ ਕਿਸੇ ਦੀ ਰੇਹੜੀ ਨੂੰ ਨਾ ਰੋਕੇ, ਕਿ ਮੈਂ ਆਪ ਖੁਦ ਰੇਹੜੀਆਂ ਲਾਉਂਦਾ ਰਿਹਾ, ਜਿਹੜਾ ਵੀ ਕੰਮ ਤੁਸੀਂ ਕਹਿੰਦੇ ਜੇ ਉਹੀ ਕੰਮ ਤੁਸੀਂ ਕਹਿੰਦੇ ਮੈਂ ਵੀ ਕਰਦਾ ਰਿਹਾ, ਜਿਹੜਾ ਵੀ ਗਰੀਬ ਲੋਕ ਦੇ ਨਾਲ ਟੱਚ ਹੁੰਦਾ। ਚਲੋ ਵਧੀਆ, ਤੁਸੀਂ ਕਰਦੇ ਰਹੇ ਹੋਵੋਗੇ, ਬਹੁਤ ਵਧੀਆ। ਅੱਜ ਤੁਸੀਂ ਮੁੱਖ ਮੰਤਰੀ ਜੇ ਸੂਬੇ ਦੇ, ਉਹ ਸੂਬੇ ਦੀ ਆਵਾਮ, ਉਹ ਜਨਤਾ ਭੁੱਖੀ ਮਰ ਰਹੀ ਆ। ਪਹਿਲਾਂ ਨੋਟਬੰਦੀ ਨੇ ਸਾਨੂੰ ਮਾਰਿਆ, ਫਿਰ GST ਨੇ ਮਾਰਿਆ, ਉਸ ਤੋਂ ਬਾਅਦ ਕਰੋਨਾ ਦੀਆਂ 2 ਲਹਿਰਾਂ ਹੋ ਕੇ ਚਲੀਆਂ ਗਈਆਂ, ਉਹਨਾਂ ਨੇ ਸਾਨੂੰ ਮਾਰਿਆ। ਲੋਕ ਬਹੁਤ ਅੱਕੇ ਹੋਏ ਨੇ, ਲੋਕ ਬਹੁਤ ਬੇਕਾਰ ਹੋ ਗਏ ਨੇ, ਕਾਰੋਬਾਰ ਲੋਕਾਂ ਦੇ ਬੰਦ ਹੋ ਗਏ ਨੇ। ਹੁਣ ਸਾਨੂੰ ਪਤਾ ਲੱਗਾ ਇਹ ਭੈਣ ਜਿਹੜੀ ਆ ਇਹਨੇ BCom ਕੀਤੀ ਆ, ਇਹਨੂੰ ਕੋਈ ਨੌਕਰੀ ਨਹੀਂ ਮਿਲੀ ਤੇ ਇਹਨੇ ਆਪਣੀ ਰੇਹੜੀ ਲਾ ਕੇ ਗੁਜ਼ਾਰਾ ਕਰਨ ਦਾ ਮਨ ਬਣਾਇਆ ਕਿ ਮੈਂ ਆਪਣਾ ਕਾਰੋਬਾਰ ਕਰਾਂ, ਆਪਣੇ ਬੱਚੇ ਪਾਲਾਂ, ਆਪਣਾ ਪਰਿਵਾਰ ਪਾਲਾਂ। ਪਰ ਚੰਨੀ ਸਰਕਾਰ ਦੇ ਨੁਮਾਇੰਦੇ, ਮੈਂ ਇਹ ਕਹਾਂਗਾ ਚੰਨੀ ਸਰਕਾਰ ਦੇ ਨੁਮਾਇੰਦੇ ਆ, ਕਿਉਂਕਿ ਚੰਨੀ ਸਰਕਾਰ ਦੇ ਅੰਡਰ ਹੀ ਸਥਾਨਕ ਸਰਕਾਰਾਂ ਆਉਂਦੀਆਂ ਨੇ, ਪੰਜਾਬ ਸਰਕਾਰ ਦੇ ਅੰਡਰ ਹੀ ਆਉਂਦੀਆਂ ਨੇ ਸਰਕਾਰਾਂ, ਕਾਰਪੋਰੇਸ਼ਨ ਸਰਕਾਰ ਦੇ ਅੰਡਰ ਆਉਂਦੀ ਹੈ। ਉਹਨਾਂ ਦੇ ਜਿਹੜੇ ਅਫਸਰ ਆ, ਜਿਹੜੇ ਉਹ ਸਟੇਟ ਆਫਿਸਰ ਆ, ਕੋਈ ਦੱਸ ਰਿਹਾ ਉਹ ਇਹਨਾਂ ਕੋਲ ਰਿਸ਼ਵਤ ਮੰਗ ਰਿਹਾ ਕਿ ਮੈਨੂੰ ਮਹੀਨੇ ਦੇ ਇੰਨੇ ਪੈਸੇ ਦਿਓਗੇ ਤੇ ਫਿਰ ਮੈਂ ਤੁਹਾਨੂੰ ਰੇਹੜੀ ਲਾਉਣ ਦਿਆਂਗਾ। ਪਿੱਛੇ ਵੀ 6 ਮਹੀਨੇ ਪਹਿਲਾਂ ਵੀ ਮੈਨੂੰ ਪਤਾ ਲੱਗਾ ਕਿ ਇਹਨਾਂ ਦੀ ਰੇਹੜੀ ਚੁੱਕ ਕੇ ਲੈ ਕੇ ਇਹਨਾਂ ਨੇ 6 ਮਹੀਨੇ ਅਫਸਰਾਂ ਦੇ ਚੱਕਰ ਕੱਟ ਕੇ, ਲੀਡਰਾਂ ਦੇ ਚੱਕਰ ਕੱਟ ਕੇ ਰੇਹੜੀ ਛਡਵਾਈ। ਅੱਧਾ ਸਮਾਨ ਜ਼ਬਤ ਹੋ ਗਿਆ, ਅੱਧਾ ਵਾਪਸ ਆਇਆ। 40-50 ਹਜ਼ਾਰ ਰੁਪਏ ਦੀ ਕੋਸਟ ਦਾ ਸਮਾਨ ਆ। ਮੈਨੂੰ ਇਹ ਵੀ ਪਤਾ ਲੱਗਾ ਇਹਨਾਂ ਨੇ ਬੈਂਕ ਤੋਂ ਲੋਨ ਲੈ ਕੇ ਉਹ ਸਮਾਨ ਬਣਾਇਆ। 6 ਲੱਖ ਰੁਪਇਆ ਇਹਨਾਂ ਦੇ ਉੱਪਰ ਕਰਜ਼ਾ ਏ। ਹੁਣ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ, ਚੰਨੀ ਸਾਹਿਬ ਤੁਸੀਂ ਕਹਿੰਦੇ ਤੇ ਹੈਗੇ ਜੇ ਤੁਹਾਡਾ ਕਰਜ਼ਾ ਲੀਕ ਮਾਰਤੀ, ਇਹਨਾਂ ਦੇ ਕਰਜ਼ੇ ਤੇ ਲੀਕ ਮਾਰੋਗੇ ਤੁਸੀਂ? ਮੈਨੂੰ ਜਵਾਬ ਦੇਵੇ ਚੰਨੀ ਸਰਕਾਰ। ਔਰ ਚੰਨੀ ਸਰਕਾਰ, ਚੰਨੀ ਸਾਹਿਬ ਇੱਥੇ ਆਉਣਗੇ ਆਮ ਆਦਮੀਆਂ ਦੇ ਵਿੱਚ, ਰਾਤ 12-12 ਵਜੇ ਲਾਈਵ ਹੋ ਜਾਂਦੇ ਨੇ। ਪਰ ਚੰਨੀ ਸਾਹਿਬ ਨੂੰ ਬੇਨਤੀ ਆ, ਚੰਨੀ ਸਾਹਿਬ ਲਾਰੈਂਸ ਰੋਡ ਅੰਮ੍ਰਿਤਸਰ ਦੇ ਵਿੱਚ ਇਹ ਭੈਣ ਬੈਠੀ ਆ, ਇਹਦਾ ਆ ਕੇ ਦਰਦ ਸੁਣੋ। ਇਹਦਾ ਸਮਾਨ ਫਿਰ ਤੁਹਾਡਾ ਕਾਰਪੋਰੇਸ਼ਨ ਦਾ ਅਫਸਰ ਲੈ ਗਿਆ ਔਰ ਉਹ ਕਹਿੰਦਾ ਮੈਂ ਫਿਰ ਦਿਆਂਗਾ, ਤੂੰ ਮੈਨੂੰ ਐਫੀਡੇਵਿਟ ਦੇ ਵੀ ਮੈਂ ਕੋਈ ਦਰਖਾਸਤ ਨਹੀਂ ਤੇਰੇ 'ਤੇ ਦੇਵਾਂਗੀ। ਇਹ ਭੈਣ ਨੇ ਦਰਖਾਸਤਾਂ ਦਿੱਤੀਆਂ ਨੇ। ਮੇਅਰ ਸਾਹਿਬ ਨੂੰ ਵੀ ਬੇਨਤੀ ਆ, ਚੰਨੀ ਸਾਹਿਬ ਨੂੰ ਵੀ ਬੇਨਤੀ ਆ, ਚੰਨੀ ਸਾਹਿਬ ਇਹਦਾ ਨੋਟਿਸ ਲੈ ਕੇ ਉਸ ਆਫਿਸਰ ਨੂੰ ਘਰ ਬਿਠਾਇਆ ਜਾਵੇ, ਉਹਨੂੰ ਛੱਡਿਆ ਨਾ ਜਾਵੇ, ਕਿਉਂਕਿ ਉਹ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਦੇ ਕੋਲੋਂ ਰਿਸ਼ਵਤਾਂ ਲੈਂਦਾ ਹੋਣਾ। ਇਹ ਭੈਣ ਪੜ੍ਹੀ ਲਿਖੀ ਹੋਣ ਕਰਕੇ ਇਹਨੇ ਸਰਕਾਰ ਦੇ ਨਿਯਮਾਂ ਨੂੰ ਫੋਲੋ ਕੀਤਾ, ਪ੍ਰੋਟੋਕੋਲ ਨੂੰ ਫੋਲੋ ਕੀਤਾ, ਸਾਰੇ ਡਾਕੂਮੈਂਟ ਬਣਵਾਏ ਆਪਣੇ। ਇਹਨੇ ਕਿਹਾ ਜੋ ਸਰਕਾਰ ਦੀਆਂ ਫੀਸਾਂ ਮੈਂ ਉਹ ਦੇ ਦਿਆਂਗੀ, ਮੈਂ ਬਰਾਈਬ ਨਹੀਂ ਦੇਣੀ। ਪਰ ਉਹ ਆਫਿਸਰ ਇਹਨੂੰ ਕਹਿੰਦਾ ਕਿ ਮੈਨੂੰ ਰਿਸ਼ਵਤ ਹੀ ਸਿਰਫ ਚਾਹੀਦੀ ਆ ਕਾਗਜ਼ ਮੇਰੇ ਲਈ ਕਿਸੇ ਕੰਮ ਦੇ ਨਹੀਂ ਆ ਜਿਹੜੇ ਸਰਕਾਰ ਦੇ ਤੂੰ ਬਣਾਈ ਫਿਰਦੀ ਆ। ਮੈਂ ਸਰਕਾਰ ਨੂੰ ਨਹੀਂ ਜਾਣਦਾ, ਸਰਕਾਰ ਉਹੀ ਆ ਜੋ ਮੈਂ ਕਹਾਂਗਾ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਚੰਨੀ ਸਾਹਿਬ ਨੂੰ, ਚੰਨੀ ਸਾਹਿਬ ਜਲਦੀ ਤੋਂ ਜਲਦੀ ਇਸ ਭੈਣ ਨੂੰ ਇਨਸਾਫ ਦਿਵਾਓ, ਨਹੀਂ ਤੇ ਲੋਕ ਰਾਜ ਲਹਿਰ ਦੀ ਟੀਮ ਕੋਈ ਵੱਡਾ ਐਕਸ਼ਨ ਲਵੇਗੀ। ਪਰ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਭਗਤੂਪੁਰਾ ਸਾਹਿਬ ਜਦੋਂ ਚੰਨੀ ਸਰਕਾਰ ਬਣੀ ਸੀ, ਉਹਨਾਂ ਕਿਹਾ ਸੀ ਰਿਸ਼ਵਤ ਨੂੰ ਜਿਹੜੀ ਆ ਠੱਲ ਪਾਈ ਜਾਊਗੀ, ਨੱਠ ਪਾਈ ਜਾਊਗੀ। ਪਰ ਤੁਹਾਨੂੰ ਲੱਗਦਾ ਵੀ ਅੱਜ ਜਿਹੜੀ ਆ ਰਿਸ਼ਵਤ ਕਰਕੇ ਜਿਹੜੀ ਆ ਬੀਬੀ ਜਿਹੜੀ ਇਹਨਾਂ ਰਿਸ਼ਵਤ ਨਹੀਂ ਦਿੱਤੀ, ਅੱਜ ਬੀਬੀ ਦਾ ਜਿਹੜਾ ਰੋਜ਼ਗਾਰ ਜਿਹੜਾ ਖੋਹ ਲਿੱਤਾ ਗਿਆ ਵਾ, ਉਸ ਨੂੰ ਜਿਹੜਾ ਘਰ ਬਿਠਾ ਦਿੱਤਾ ਗਿਆ ਵਾ। ਤੁਸੀਂ ਦੇਖਿਆ ਵੀ 6 ਲੱਖ ਦਾ ਕਰਜ਼ਾ ਚੜ੍ਹ ਗਿਆ ਬੀਬੀ ਉੱਤੇ, ਅਤੇ ਇਸ ਬੀਬੀ ਨੇ ਕਿਹਾ ਵੀ ਜੇਕਰ ਕਰਜ਼ਾ ਨਹੀਂ ਲੱਥਾ ਜਾਂ ਉਸ ਨੂੰ ਕੰਮਕਾਰ ਨਹੀਂ ਜਿਹੜਾ ਖੋਲ੍ਹ ਦਿੱਤਾ ਗਿਆ ਤਾਂ ਉਹਨੇ ਕਿਹਾ ਆਤਮ ਹੱਤਿਆ ਕਰ ਲੂਗਾ। ਕੌਣ ਜ਼ਿੰਮੇਵਾਰ ਹੋਊਗਾ ਇਸ ਦਾ? ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ, ਤੁਹਾਡੇ ਚੈਨਲ ਨੂੰ ਵੀ ਬੇਨਤੀ ਕਰਦਾ, ਇਹ ਜਿਹੜੀ ਵੀਡੀਓ ਵਾ ਚੰਨੀ ਸਾਹਿਬ ਦੇ ਅਫੀਸ਼ੀਅਲੀ ਪੇਜ ਨੂੰ ਟੈਗ ਕਰਕੇ ਪਾਇਆ ਜੇ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਕਹਿ ਦੇ ਦਿੱਤਾ, ਤੁਸੀਂ ਅਨਾਉਂਸਮੈਂਟ ਤੇ ਤੁਸੀਂ ਕਰ ਦਿੰਦੇ ਜੇ ਸਾਰੀਆਂ, ਉਹਨਾਂ ਨੂੰ ਪਤਾ ਲੱਗ ਜਾਵੇ ਵੀ ਆਮ ਗਰਾਊਂਡ ਦੇ ਵਿੱਚ ਕੀ ਹੋ ਰਿਹਾ, ਥੱਲੇ ਕੀ ਹੋ ਰਿਹਾ। ਇਹ ਭੈਣ ਜੇ ਮਰ ਜਾਂਦੀ ਆ, ਜੇ ਭੈਣ ਆਤਮ ਹੱਤਿਆ ਕਰਦੀ, ਉਹਦੀ ਜ਼ਿੰਮੇਵਾਰ ਉਹ ਆਫੀਸਰ ਹੋਊਗਾ ਤੇ ਪੰਜਾਬ ਸਰਕਾਰ ਹੋਊਗੀ। ਕਿਉਂਕਿ ਅਸੀਂ ਪਹਿਲਾਂ ਤੁਹਾਡੇ ਮਾਧਿਅਮ ਦੇ ਰਾਹੀਂ
ਚੰਨੀ ਸਾਹਿਬ ਨੂੰ ਅਸੀਂ ਦੱਸ ਰਹੇ ਹਾਂ ਕਿ ਚੰਨੀ ਸਾਹਿਬ ਇਹਦਾ ਆ ਕੇ ਭੈਣ ਦਾ ਹੱਲ ਕਰੋ, ਗਰਾਊਂਡ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰੋ। ਤੁਸੀਂ ਟੀਵੀ ਦੇ ਵਿੱਚ ਬੋਲੀ ਜਾਂਦੇ ਜੀ ਅਸੀਂ ਆਮ ਆਦਮੀ, ਪਰ ਆਮ ਆਦਮੀ ਇਹ ਵਾ ਜਿਹੜਾ ਹੁਣ ਸੜਕਾਂ ਤੇ ਧੱਕੇ ਖਾ ਰਿਹਾ, ਜਿਹਦਾ 30-40 ਹਜ਼ਾਰ ਰੁਪਈਆ ਗਰੀਬ ਵਾਸਤੇ ਬੜੀ ਵੱਡੀ ਅਮਾਉਂਟ ਹੁੰਦੀ ਆ। 30-40 ਹਜ਼ਾਰ ਰੁਪਏ ਦਾ ਸਮਾਨ ਇਹ ਜ਼ਬਤ ਕਰਕੇ ਲੈ ਗਿਆ, ਉਹ ਕਿੱਥੋਂ ਦੁਬਾਰਾ ਬਾਰ-ਬਾਰ ਉਹ ਭੈਣ ਸਮਾਨ ਲਊਗੀ ਤੇ ਕਿਸ ਤਰ੍ਹਾਂ ਆਪਣਾ ਘਰ ਚਲਾਊਗੀ ਤੇ ਕਿਸ ਤਰ੍ਹਾਂ ਆਪਣਾ ਪਰਿਵਾਰ ਚਲਾਊਗੀ। ਇਹ ਬੜੀ ਸ਼ਰਮਨਾਕ ਗੱਲ ਆ ਸਰਕਾਰ ਦੇ ਵਾਸਤੇ। ਪਰ ਕੀ ਕਹਿਣਾ ਚਾਹੋਗੇ ਭੱਤੂ ਬਸ ਅਸੀਂ ਦੇਖਿਆ ਵੀ ਚੰਨੀ ਸਰਕਾਰ ਰਾਤ ਦੇ 2 ਵਜੇ ਤੱਕ ਲੋਕਾਂ ਨਾਲ ਵਿਚਰਦੇ, ਲੋਕਾਂ ਨਾਲ ਮਿਲਦੇ ਨੇ। ਅਸੀਂ ਖੁਦ ਦੇਖਿਆ ਵੀ ਚੰਨੀ ਸਾਹਿਬ ਖੁਦ ਲੋਕਾਂ ਜਿਹੜੇ ਉੱਥੋਂ ਦੇ ਭਾਂਡੇ ਤੱਕ ਜਿਹੜੇ ਖੁਦ ਚੁੱਕ ਰਹੇ ਨੇ ਲੋਕਾਂ ਨਾਲ। ਉਹ ਕਹਿ ਰਹੇ ਨੇ ਵੀ ਜ਼ਮੀਨ ਲੈਵਲ ਤੋਂ ਉੱਠੇ ਨੇ, ਗਰੀਬੀ ਦੇਖੀ ਉਹਨਾਂ ਨੇ। ਕੀ ਲੱਗਦਾ ਇਸ ਭੈਣ ਦੀ ਵੀ ਜਿਹੜੀ ਗਰੀਬੀ ਦੇਖੀ ਹੋਊਗੀ, ਕਿਸ ਤਰ੍ਹਾਂ ਜਿਹੜੀ ਇਹ ਭੈਣ ਗਰੀਬੀ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਆ, ਮਿਹਨਤ ਕਰ ਰਹੀ ਆ, ਪਰ ਫਿਰ ਵੀ ਜਿਹੜੀ ਆ ਚੰਨੀ ਸਰਕਾਰ ਜਿਹੜੀ ਆ ਨੁਮਾਇੰਦੇ ਨੇ ਜਿਹੜੇ ਅਫਸਰ ਨੇ ਉਸ ਨੂੰ ਜਿਹੜਾ ਤੰਗ ਪਛਾਣ ਕੀਤਾ ਜਾ ਰਿਹਾ, ਰਿਸ਼ਵਤਖੋਰੀ ਮੰਗੀ ਜਾ ਰਹੀ ਆ, ਸੈਟਲਮੈਂਟ ਕਿਹਾ ਜਾ ਰਿਹਾ ਵੀ ਸੈਟਲਮੈਂਟ ਕਰੋ। ਪਹਿਲਾਂ ਤਾਂ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਾਂਗੇ, ਤੁਸੀਂ ਇੱਕ ਅਨਾਉਂਸਮੈਂਟ ਕੀਤੀ ਸੀ ਕਿ 6 ਲੱਖ ਨੌਕਰੀਆਂ ਦੇ ਦਿਆਂਗੇ। ਮੈਂ ਬੇਨਤੀ ਕਰਦਾ ਕਿ ਇੱਕ ਭੈਣ ਦਾ ਵੀ ਨਾਮ ਲਿਖ ਲਿਓ, ਨੌਕਰੀ ਦੇ ਦਿਓ, ਇਹਨੂੰ ਇਹ ਕੰਮ ਹੀ ਨਾ ਕਰਨਾ ਪਵੇ ਕਿਉਂਕਿ ਪੜ੍ਹੀ ਲਿਖੀ ਆ ਭੈਣ। ਦੂਸਰੀ ਬੇਨਤੀ ਕਰਦਾ, ਜਿੰਨੀ ਦੇਰ ਤੁਸੀਂ ਨੌਕਰੀ ਨਹੀਂ ਦੇਣੀ ਉਹਨੂੰ ਵਿਚਾਰੇ ਨੂੰ ਰੇਹੜੀ ਲਾ ਲੈਣ ਦਿਓ, ਉਹਨੂੰ ਰੇਹੜੀ ਲਾ ਲੈਣ ਦਿਓ, ਆਪਣਾ ਘਰ ਪਰਿਵਾਰ ਚਲਾਵੇ। ਇਹ ਨਾ ਹੋਵੇ ਜਿੰਨੀ ਦੇਰ ਨੂੰ ਤੁਸੀਂ ਨੌਕਰੀ ਦੇਣੀ ਆ ਉਨੀ ਦੇਰ ਨੂੰ ਵਿਚਾਰੀ ਉਹ ਕੋਈ ਕੰਮ ਕਰਨ ਜੋਗੀ ਨਾ ਰਹਿ ਜੇ, ਉਹ ਜਾਂ ਆਪਣੀ ਆਤਮ ਹੱਤਿਆ ਕਰ ਲਵੇ। ਮੈਂ ਸਰਕਾਰ ਨੂੰ ਬੇਨਤੀ ਕਰਦਾ, ਤੁਹਾਡੇ ਅਫਸਰ ਗਰਾਊਂਡ ਲੈਵਲ ਤੇ ਅੱਜ ਵੀ ਰਿਸ਼ਵਤਾਂ ਲੈ ਰਹੇ ਨੇ। ਹਰ ਤਹਿਸੀਲ ਦੇ ਵਿੱਚ ਰਿਸ਼ਵਤ ਰਜਿਸਟਰੀ ਜਿਹੜੀ ਆ ਉਹ ਰਿਸ਼ਵਤ ਦੇ ਨਾਲ ਹੁੰਦੀ ਆ। ਥਾਣੇ ਦੇ ਵਿੱਚ ਪੈਸੇ ਤੋਂ ਬਿਨਾਂ ਦਰਖਾਸਤ ਨਹੀਂ ਲਈ ਜਾਂਦੀ। ਹਰ ਮਹਿਕਮੇ ਦੇ ਰਿਸ਼ਵਤਖੋਰੀ ਚੱਲ ਰਹੀ ਆ। ਮੈਂ ਸਰਕਾਰ ਨੂੰ ਬੇਨਤੀ ਕਰਦਾ, ਤੁਸੀਂ ਬੜੇ ਅਨਾਉਂਸਮੈਂਟਾਂ ਕੀਤੀਆਂ ਕਿ ਮੈਨੂੰ ਵੀਡੀਓ ਪਾ ਦਿਓ, ਜੇ ਕੋਈ ਰਿਸ਼ਵਤ ਮੰਗਦਾ ਆਪਣੇ ਘਰ ਬਹਿ ਜਾਊਗਾ। ਆਹ ਵੀਡੀਓ ਮੈਂ ਤੁਹਾਡੇ ਚੈਨਲ ਨੂੰ ਫੇਰ ਬੇਨਤੀ ਕਰਦਾ, ਵੀਡੀਓ ਉਹਨਾਂ ਨੂੰ ਪਾ ਦਿਓ। ਇਹ ਭੈਣ ਨੇ ਲਿਖਤੀ ਦਰਖਾਸਤ ਵੀ ਦਿੱਤੀ ਜੇ ਇਹਦੇ ਕੋਲੋਂ ਪੈਸੇ ਮੰਗਦਾ, ਵੀਡੀਓ ਤੁਹਾਨੂੰ ਪਾ ਦਿੱਤੀ ਜੇ। ਹੁਣ ਅਸੀਂ ਤੁਹਾਨੂੰ ਤਾਂ ਮੰਨਾਂਗੇ ਜੇ ਤੁਸੀਂ ਉਸ ਅਫਸਰ ਨੂੰ ਘਰ ਬਿਠਾਓਗੇ, ਪਰ ਮੈਂ ਤੁਹਾਨੂੰ ਚੇਤਾਵਨੀ ਦੇਣਾ, ਇਸ ਅਫਸਰ ਨੂੰ ਤੁਹਾਨੂੰ ਘਰ ਬਿਠਾਉਣਾ ਪਏਗਾ, ਨਹੀਂ ਤੇ ਲੋਕ ਰਾਜ ਲਹਿਰ ਦੀ ਟੀਮ ਵੱਡੇ ਪੱਧਰ ਤੇ ਇਹਦਾ ਸੰਘਰਸ਼ ਵਿੱਢੇਗੀ। ਇਸ ਭੈਣ ਦੇ ਨਾਲ ਅਸੀਂ ਤਨੋਂ ਮਨੋਂ ਖੜੇ ਹਾਂ। ਔਰ ਮੈਂ ਇੱਕ ਹੋਰ ਬੇਨਤੀ ਕਰਦਾ, ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਦਾ ਵਾਂ, NRI ਵੀਰਾਂ ਨੂੰ ਬੇਨਤੀ ਕਰਦਾ, ਇਸ ਭੈਣ ਦੀ ਮਾਲੀ ਮਦਦ ਵੀ ਕੀਤੀ ਜਾਵੇ ਤਾਂ ਕਿ ਇਹ ਭੈਣ ਜਿਹੜੀ ਆ ਇਹਦਾ ਉਜਾੜਾ ਨਾ ਹੋ ਸਕੇ, ਇਹ ਭੈਣ ਆਪਣਾ ਵਸੇਬਾ ਕਰ ਸਕੇ ਤੇ ਆਪਣਾ ਛੋਟਾ ਜਿਹੜਾ ਕਾਰੋਬਾਰ ਉਹ ਚਲਾ ਸਕੇ। ਕੀ ਕਹਿਣਾ ਚਾਹੋਗੇ ਭੱਤੂ ਬਾ ਸਾਹਿਬ? ਅਸੀਂ ਦੇਖ ਰਹੇ ਹਾਂ ਵੀ ਜ਼ਿਆਦਾਤਰ ਮੁੱਖ ਮੰਤਰੀ ਜਿਹੜੇ ਉਪ ਮੁੱਖ ਮੰਤਰੀ ਡਿਪਟੀ ਜਿਹੜੇ CM ਨੇ, ਮਾਝੇ ਦੇ 2 ਨੇ, MLA ਨੇ, ਮੰਤਰੀ ਨੇ, ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੇ, ਪਰ ਫਿਰ ਵੀ ਕਿਸੇ ਲੀਡਰ ਨੇ ਇਸ ਦੀ ਸਾਰ ਨਹੀਂ ਲਈ। ਅੱਜ ਵੀ ਬੀਬੀ ਜਿਹੜੀ ਆ ਦਰਦ ਦੀ ਠੋਕਰਾਂ ਖਾ ਰਹੀ ਆ ਅਤੇ ਉਸ ਅਫਸਰ ਵੱਲੋਂ ਕਿਹਾ ਜਾ ਰਿਹਾ ਵੀ ਜਿਹੜੇ ਮਰਜ਼ੀ ਤੂੰ ਲੀਡਰ ਕੋਲ ਚੱਲ ਜਾ, ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ। ਦੇਖੋ, ਪਰਵਾਹ ਤੇ ਉਹਨੂੰ ਕਰਨੀ ਪੈਗੀ। ਉਹਦੇ ਟੈਚੀ ਲੀਡਰਾਂ ਕੋਲ ਜਾਂਦੇ ਹੋਣਗੇ, ਉਹ ਲੀਡਰ ਤਾਂ ਨਹੀਂ ਉਹਦੀ ਗੱਲ ਸੁਣਦੇ ਹੋਣਗੇ, ਪਰ ਸਾਡੀ ਟੀਮ ਇੱਥੇ ਪਹੁੰਚ ਚੁੱਕੀ ਆ। ਅਸੀਂ ਵਿਕਣ ਵਾਲੇ ਬੰਦੇ ਨਹੀਂ ਆ। ਅਸੀਂ ਉਸ ਬੰਦੇ ਨੂੰ ਨੌਕਰੀ ਤੋਂ ਲਵਾ ਕੇ ਹੀ ਦਮ ਲਵਾਂਗੇ, ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰਕੇ ਹੀ ਦਮ ਲਵਾਂਗੇ। ਔਰ ਜਿਹੜੀ ਤੁਸੀਂ ਗੱਲ ਕੀਤੀ, ਮਾਝੇ ਦੀ ਸਿਆਸਤ ਬਹੁਤ ਹਾਵੀ ਹੈ ਇਸ ਵਕਤ। ਡਿਪਟੀ CM ਵੀ ਇੱਥੋਂ ਦੇ ਨੇ, ਨਵਜੋਤ ਸਿੰਘ ਸਿੱਧੂ ਪ੍ਰਧਾਨ ਸਾਹਿਬ ਵੀ ਇੱਥੋਂ ਦੇ ਰਹਿਣ ਵਾਲੇ ਨੇ, ਪਰ ਉਹਨਾਂ ਦਾ ਧਿਆਨ 2022 ਦੀਆਂ ਚੋਣਾਂ ਵੱਲ ਆ, ਪੰਜਾਬ ਦੇ ਲੋਕਾਂ ਵੱਲ ਨਹੀਂ ਆ। ਉਹ ਲੋਕਾਂ ਨੂੰ ਉਲਝਾ ਕੇ ਲੋਲੀਪੌਪ ਦੇ ਕੇ ਲੋਕਾਂ ਕੋਲ ਵੋਟਾਂ ਬਟੋਰਨ ਵੱਲ ਧਿਆਨ ਆ, ਪਰ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਉਹਨਾਂ ਨੂੰ ਕਦੀ ਵੀ ਉਹਨਾਂ ਪੂਰਾ ਕਰਨ ਬਾਰੇ ਨਹੀਂ ਸੋਚਿਆ ਔਰ ਨਾ ਹੀ ਪੂਰਾ ਕਰ ਰਹੇ। ਔਰ ਇਹ ਬੜੀ ਸ਼ਰਮ ਦੀ ਗੱਲ ਆ ਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਉਹ 6 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਵੀ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਇਲੈਕਸ਼ਨ ਤੋਂ ਪਹਿਲਾਂ 6 ਮਹੀਨੇ ਝੂਠੇ ਮੁੱਠੇ ਲਾਰੇ ਲੱਪੇ ਲਾ ਕੇ ਗੱਫੇ ਦੇ ਕੇ ਵੋਟਾਂ ਲੈ ਜਾਂਦੇ ਸੀ। ਇਸ ਵਾਰ ਵੀ ਇਹਨਾਂ ਨੇ ਪਤਾ ਲੱਗਾ ਕਿ ਕੈਪਟਨ ਦਾ ਦਾ ਨਹੀਂ ਲੱਗਣਾ, ਕੈਪਟਨ ਦੇ ਉੱਪਰ ਸਾਰੀ ਟੀਮ ਨੇ ਸਾਰਾ ਕੁਝ ਉਹਦੇ ਤੋਂ ਮੜਤਾ। ਅਲੀ ਬਾਬਾ ਬਦਲਤਾ ਤੇ 40 ਚੋਰ ਉਹੀ ਆ ਤੇ ਉਹੀ ਹੁਣ ਫੇਰ ਉਸ ਤਰ੍ਹਾਂ ਲੁੱਟ ਰਹੇ ਆ ਤੇ ਕੈਪਟਨ ਦੇ ਉੱਪਰ ਮੜਨਾ ਚਾਹੁੰਦੇ ਆ, ਪਰ ਕੈਪਟਨ ਵੀ ਦੋਸ਼ੀ ਆ ਤੇ ਇਹ ਵੀ ਸਾਰੇ ਉਹੀ ਚੋਰ ਦੋਸ਼ੀ ਆ। ਮੈਂ ਇਹਨਾਂ ਨੂੰ ਤਾਂ ਮੰਨਾਂਗਾ ਵੀ ਜੇ ਸਿੱਧੂ ਨੂੰ ਵੀ ਮੈਂ ਤਾਂ ਮੰਨਾਂਗਾ, ਸਿੱਧੂ ਵਧੀਆ ਅਨਾਉਂਸਮੈਂਟਾਂ ਕਰਦੇ ਨੇ, ਮੈਂ ਉਹਨਾਂ ਨੂੰ ਤਾਂ ਮੰਨਾਂਗਾ ਜੇ 40 ਚੋਰਾਂ ਦੀ ਟੀਮ ਦੀਆਂ ਟਿਕਟਾਂ ਕੱਟ ਕੇ ਵਿਖਾਵੇ ਹੁਣ ਪ੍ਰਧਾਨ ਆ, ਫਿਰ ਉਹਨਾਂ ਦਾ ਮੰਨਾਂਗਾ ਵੀ ਉਹ ਵਾਕਿਆ ਹੀ ਪੰਜਾਬ ਵਾਸਤੇ ਕੰਮ ਕਰ ਰਹੇ ਨੇ। ਪਰ ਮੈਨੂੰ ਪਤਾ ਇਹਨਾਂ ਦਾ 2022 ਨਿਸ਼ਾਨਾ, ਹੋਰ ਕੋਈ ਨਿਸ਼ਾਨਾ ਨਹੀਂ। 4.5 ਸਾਲ ਪਹਿਲਾਂ ਲੁੱਟਿਆ, ਅਗਲੇ 4.5 ਫੇਰ ਲੁੱਟਣਾ, ਫਿਰ 6 ਮਹੀਨੇ ਲੋਕਾਂ ਨੂੰ ਸਹੂਲਤਾਂ ਦੇਣੀਆਂ, ਜੋ ਕਿ ਪੰਜਾਬ ਵਾਸਤੇ ਬਹੁਤ ਸ਼ਰਮਨਾਕ ਆ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਨੇ ਲੋਕ ਰਾਜ ਲਹਿਰ ਦੇ ਆਗੂ ਜਿਹੜੇ ਨੇ ਸੁਰਿੰਦਰ ਸਿੰਘ ਭਗਤੂਪੁਰਾ ਅੱਜ ਜਿਹੜੇ ਬੀਬੀ ਦਾ ਖੜੇ ਨੇ, ਸੋਲ ਸਾਹਿਬ ਵੀ ਨਾਲ ਨੇ। ਸੋਲ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਦੇਖਿਆ ਵੀ ਚੰਨੀ ਸਰਕਾਰ ਕਹਿ ਰਹੀ ਆ ਆਮ ਲੋਕਾਂ ਦੀ ਸਰਕਾਰ ਆ, ਗਰੀਬਾਂ ਦੀ ਸਰਕਾਰ ਆ, ਪਰ ਇਹ ਜਿਹੜੀ ਹੈ ਸਾਡੀ ਭੈਣ ਮਿਹਨਤ ਕਰਕੇ ਰੋਟੀ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਪਾ ਰਹੀ ਸੀ, ਪਰ ਅਫਸਰਸ਼ਾਹੀ ਵੱਲੋਂ ਜਿਹੜਾ ਵਾ ਦੀ ਰੇਹੜੀ ਚੁਕਾਈ ਗਈ ਆ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਲਾਮ ਕਰਦਾ ਕਿ ਅੱਜ ਰਾਸ਼ਟਰੀ ਪੱਤਰਕਾਰ ਦਿਵਸ 'ਤੇ ਵੀ ਜਿੱਥੇ ਸਾਰੇ ਹੀ ਪੱਤਰਕਾਰ ਭਾਈਚਾਰਾ ਇਹ ਦਿਵਸ ਮਨਾ ਰਿਹਾ, ਉੱਥੇ ਅੱਜ ਵੀ ਤੁਸੀਂ ਪਹਿਲਾਂ ਦੀ ਤਰ੍ਹਾਂ ਜਿਹੜੇ ਕੋਈ ਦੱਬੇ ਕੁਚਲੇ ਲੋਕ ਨੇ, ਹਾਸ਼ੀਏ 'ਤੇ ਪਏ ਲੋਕ ਨੇ, ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਜੇ। ਸੋ ਮੈਂ ਲੋਕ ਰਾਜ ਲਹਿਰ ਦੀ ਟੀਮ ਵੱਲੋਂ ਤੁਹਾਨੂੰ ਜਿਹੜਾ ਉਹ ਸਲਾਮ ਕਰਦਾ।
ਹੁਣ ਆਪਾਂ ਗੱਲ ਕਰਦੇ ਹਾਂ ਇਸ ਭੈਣ ਦੀ ਕਿ ਮੇਰੇ ਤੋਂ ਪਹਿਲਾਂ ਮਾਊ ਸਾਹਿਬ ਤੁਹਾਨੂੰ ਸਾਰਾ ਹੀ ਵਿਸਤਾਰ ਨਾਲ ਦੱਸ ਕੇ ਗਏ ਨੇ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਫਿਰ ਉੱਥੇ ਦਾ ਉੱਥੇ। ਸਰਕਾਰ ਬਦਲ ਗਈ, ਚੰਨੀ ਦੀ ਘਰ ਘਰ ਗੱਲ ਚੱਲਣੀ ਸ਼ੁਰੂ ਹੋ ਗਈ, ਪਰ ਮਸਲੇ ਜਿਹੜੇ ਉਹਨਾਂ ਦੇ ਹੱਲ ਨਹੀਂ ਅਜੇ ਜਿਹੜੇ ਉਹ ਸ਼ੁਰੂ ਹੋਏ। ਰੋਟੀ ਵਾਲੀਆਂ ਖਾਲੀ ਥਾਲੀਆਂ ਚੁੱਕਣੀਆਂ, ਰਾਤ 12 ਵਜੇ ਤੱਕ ਲਾਈਵ ਹੋ ਕੇ ਦਰਖਾਸ਼ਾਂ ਲੈ ਲੈਣੀਆਂ, ਪਰ ਸਾਨੂੰ ਉਹ ਵੀ ਵੀਡੀਓ ਵਿਖਾ ਦਿਓ ਕਿ ਉਹਨਾਂ ਦੇ ਹੱਲ ਹੁੰਦੇ ਹੋਏ ਵੀ ਲਾਈਵ ਵਿਖਾ ਦਿਓ, ਪਰ ਉਹ ਕਿਸੇ ਨੇ ਨਹੀਂ ਵਿਖਾਏ। ਸੋ ਬੜੀ ਦੁੱਖ ਦੀ ਗੱਲ ਆ ਕਿ ਇਹ ਜਿਹੜੀ ਭੈਣ ਬੀਕਾਮ ਕੀਤੀ ਆ, ਬੀਕਾਮ ਕਰਨ ਤੋਂ ਬਾਅਦ ਇਹਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਆਪਣੀ ਸੂਝ ਬੂਝ ਦੇ ਡੈਜਿਗਨੇਸ਼ਨ ਦੇ ਹਿਸਾਬ ਨਾਲ ਇਹਨੇ ਪ੍ਰਾਈਵੇਟ ਨੌਕਰੀ ਸ਼ੁਰੂ ਕੀਤੀ। ਚੰਗੀ ਤਨਖਾਹ ਨਾ ਮਿਲਣ ਕਰਕੇ ਇਸ ਭੈਣ ਨੇ ਸੋਚਿਆ ਕਿ ਮੈਂ ਲੋਨ ਲੈ ਕੇ ਤੇ ਆਪਣਾ ਸੈਲਫ ਜਿਹੜਾ ਉਹ ਰੁਜ਼ਗਾਰ ਜਿਹੜਾ ਸ਼ੁਰੂ ਕਰਾਂ, ਤਾਂ ਕਿ ਜਿੰਨੀ ਵੀ ਕਮਾਈ ਹੋਊਗੀ ਉਹਦੇ ਨਾਲ ਮੈਂ ਆਪਣਾ ਘਰ ਦਾ ਗੁਜ਼ਾਰਾ ਚਲਾ ਸਕਾਂ ਤੇ ਜਿਹੜਾ ਮੈਂ ਲੋਨ ਚੁੱਕ ਰਹੀ ਹਾਂ ਉਹਦੀ ਕਿਸ਼ਤ ਜਿਹੜੀ ਲਾ ਸਕਾਂ। ਤੇ ਖੁਸ਼ੀ ਦੀ ਗੱਲ, ਮਾਣ ਵਾਲੀ ਗੱਲ ਕਿ ਇਹ ਭੈਣ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੋੜਵੰਦ ਲੋਕਾਂ ਦੀ ਬਾਂਹ ਵੀ ਫੜ ਰਹੀ ਆ, ਖੁਦ ਜਿਹੜੀ ਆਪ ਲੋੜਵੰਦ ਆ। ਪਤਾ ਲੱਗਾ ਸੀ ਗੱਲਬਾਤ ਕਰਨ ਦੇ ਕਿ ਇਹਨਾਂ ਨੇ ਕਈ ਲੋੜਵੰਦ ਧੀਆਂ ਦੇ ਜਿਹੜੇ ਆਨੰਦ ਕਾਰਜ ਵੀ ਕਰਵਾਏ ਨੇ। ਹੁਣੇ ਹੀ ਇੱਥੇ ਇੱਕ ਔਰਤ ਖੜੀ ਸੀ ਜੋ ਕਿ ਪ੍ਰੈਗਨੈਂਟ ਆ, ਤੇ ਉਹਦੀ ਡਿਲੀਵਰੀ ਕਰਵਾਉਣ ਵਾਸਤੇ ਵੀ ਇਹਨਾਂ ਹਾਮੀ ਭਰੀ ਕਿ ਜੋ ਅਸੀਂ ਕਿਰਤ ਕਮਾਈ ਚੋਂ ਤੁਹਾਡੀ ਡਿਲੀਵਰੀ ਦੇ ਵਿੱਚ ਵੀ ਬਣਦਾ ਯੋਗਦਾਨ ਪਾਵਾਂਗੇ। ਇੱਕ ਇਹਨਾਂ ਦੀ ਬੇਟੀ ਆ, ਜਿਵੇਂ ਮਾਊ ਸਾਹਿਬ ਨੇ ਦੱਸਿਆ ਕਿ ਪਹਿਲਾਂ ਵੀ ਇਹਨਾਂ ਦਾ ਉਸ ਅਫਸਰ ਨੇ ਜਿਹੜੇ ਕਿ ਸਟੇਟ ਅਫਸਰ ਨੇ ਧਰਮਿੰਦਰਜੀਤ ਸਿੰਘ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਨੇ, ਇੰਸਪੈਕਟਰ ਨੇ, ਤੇ ਸ਼੍ਰੀ ਰਾਜ ਕੁਮਾਰ ਜੀ, ਉਹਨਾਂ ਵੱਲੋਂ ਜਿਹੜਾ ਇਹਨਾਂ ਨਾਲ ਬੜਾ ਇੱਕ ਮਤਲਬ ਬਹੁਤ ਹੀ ਜਿਹੜਾ ਧੱਕਾ ਕੀਤਾ ਗਿਆ, ਤਸ਼ੱਦਦ ਕੀਤਾ ਗਿਆ। ਪਹਿਲਾਂ ਵੀ ਇਹਨਾਂ ਦਾ ਸਮਾਨ ਚੁੱਕਿਆ ਗਿਆ ਕਿਉਂਕਿ ਇਹਨਾਂ ਨੇ ਰਿਸ਼ਵਤ ਨਹੀਂ ਦਿੱਤੀ, ਉਹ ਸਮਾਨ ਉਹਨਾਂ ਨੇ ਵਾਪਸ ਦਿੱਤਾ ਉਦੋਂ ਜਦੋਂ ਗਲ ਗਿਆ। ਫਿਰ ਇਹਨਾਂ ਨੇ ਡੀ ਮਾਰਟ ਲਾਰੈਂਸ ਰੋਡ ਦੇ ਸਾਹਮਣੇ ਜਿੱਥੇ ਆਪਾਂ ਖੜੇ ਆ, ਉੱਥੇ ਇਹਨਾਂ ਨੇ ਐਂਜਲ ਬਿਰਿਆਨੀ ਹੱਬ ਦੇ ਨਾਲ ਜੋ ਕਿ ਦੇਸੀ ਘਿਓ ਦੇ ਨਾਲ ਬਣਾਉਂਦੇ ਆ, ਬਿਲਕੁਲ ਵਾਜਬ ਰੇਟ ਨੇ ਕਿ ਹਰ ਇੱਥੇ ਆਣ ਕੇ ਰਿਕਸ਼ੇ ਵਾਲਾ ਜਾਂ ਹਰ ਕਿਰਤ ਕਮਾਈ ਕਰਨ ਵਾਲਾ ਜਿਹੜਾ ਇੱਥੇ ਖਾ ਸਕੇ। ਉਹ ਵੀ ਸਮਾਨ ਚੁੱਕ ਕੇ ਲੈ ਗਏ ਕਿਉਂਕਿ ਇਹਨਾਂ ਨੇ ਰਿਸ਼ਵਤ ਨਹੀਂ ਦਿੱਤੀ, ਕਿਉਂਕਿ ਪੜ੍ਹੇ ਲਿਖੇ ਨੇ, ਇਹਨਾਂ ਨੂੰ ਕਾਨੂੰਨ ਦਾ ਪਤਾ। ਇਹਨਾਂ ਨੇ ਕਾਨੂੰਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ, ਲਾਇਸੈਂਸ ਪੂਰੇ ਕੀਤੇ, ਉਹਦੇ ਬਾਵਜੂਦ ਵੀ ਉਹ ਕਾਰਪੋਰੇਸ਼ਨ ਦੇ ਇੱਥੇ ਮੁਲਾਜ਼ਮ ਆਏ, ਟਰੱਕ ਦੇ ਵਿੱਚ ਸਮਾਨ ਸਾਰਾ ਚੁੱਕ ਕੇ ਲੈ ਗਏ ਕਿ ਇਹ ਜਗ੍ਹਾ ਮੈਂ ਆਪਣੇ ਖਾਸਮ ਖਾਸ ਨੂੰ ਦੇਣੀ ਆ ਤੇ ਤੂੰ ਤਾਂ ਆਪਣਾ ਰਾਜੀਨਾਮਾ ਸਮਾਨ ਤਾਂ ਮਿਲਣਾ ਕਿ ਜੇਕਰ ਇਹ ਲਿਖ ਕੇ ਦੇ ਕੇ ਮੈਂ ਦਰਖਾਸਤ ਵਾਪਸ ਲੈਣੀ ਆ। ਸੋਲ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਬਾਰ-ਬਾਰ ਜਿਹੜੀ ਚੀਜ਼ ਨੂੰ ਟਾਰਗੇਟ ਕੀਤਾ ਜਾਂਦਾ ਵਾ। ਸਰਕਾਰ ਜਿਹੜੀ ਕਹਿ ਰਹੀ ਹੈ ਵੀ ਅਸੀਂ ਗਰੀਬਾਂ ਦੀ ਸਰਕਾਰ ਆ, ਹਮਦਰਦ ਦੀ ਸਰਕਾਰ ਆ। ਤੇ ਗੱਲ ਕਰੀਏ ਬੀਬਾ ਦੀ ਜਿਹੜੀ ਕਿ ਮਨੀਸ਼ਾ ਗੁਲਾਟੀ ਅੰਮ੍ਰਿਤਸਰ ਦੇ ਨੇ ਭੈਣ ਜੀ, ਉਹਨਾਂ ਵੱਲੋਂ ਵੀ ਹਮੇਸ਼ਾ ਜਾ ਕੇ ਦੂਜੇ ਜ਼ਿਲ੍ਹੇ ਜਾ ਕੇ ਲੋਕਾਂ ਦੀ ਖਾਸ ਕਰ ਜਿਹੜੀ ਭੈਣਾਂ ਦੀ ਮਦਦ ਕੀਤੀ ਜਾਂਦੀ ਆ, ਉਹਨਾਂ ਦੀ ਆਵਾਜ਼ ਚੁੱਕੀ ਜਾਂਦੀ ਆ। ਪਰ ਇਹ ਭੈਣ ਬਿਲਕੁਲ ਲਾਗੇ ਆ, ਮਨੀਸ਼ਾ ਗੁਲਾਟੀ ਦੇ ਭੈਣ ਦੇ ਲਾਗੇ ਰਹਿੰਦੀ ਆ, ਲਾਂਸ ਰੋਡ ਅੰਮ੍ਰਿਤਸਰ ਦੇ ਲਾਗੇ, ਪਰ ਉਹਨਾਂ ਦੀ ਤੱਕ ਕਿਉਂ ਨਹੀਂ ਵੀਡੀਓ ਪਹੁੰਚੀ, ਉਹਨਾਂ ਤੱਕ ਕਿਉਂ ਨਹੀਂ ਆਵਾਜ਼ ਪਹੁੰਚੀ ਅਜੇ ਤੱਕ? ਵੇਖੋ ਸਾਡੇ ਜਿਹੜੇ ਮਤਲਬ ਸਤਿਕਾਰਯੋਗ ਨੇ ਮੈਡਮ ਮਨੀਸ਼ਾ ਗੁਲਾਟੀ ਜੀ, ਉਹਨਾਂ ਦੀਆਂ ਲਿਖੀਆਂ ਚੰਦ ਲੈਣਾ ਮੈਂ ਤੁਹਾਨੂੰ ਸੁਣਾਉਣ ਲੱਗਾ। ਜਾ ਨਹੀਂ ਕੁੜੀਏ ਖਾ ਨਹੀਂ ਕੁੜੀਏ, ਜੋ ਭਾਗ ਤੇਰੇ ਵਿੱਚ ਲਿਖਿਆ, ਕੁੱਖ ਕਿਸੇ ਵਿੱਚ ਕਤਲ ਨਾ ਹੋਵੀਂ ਜੇ ਤੂੰ ਜਿਉਣਾ ਸਿੱਖਿਆ। ਸੋਨੀ ਕੁੜੀਏ ਤੁਰਨੀ ਕੁੜੀਏ, ਨਾ ਰਾਹਾਂ ਦੇ ਵਿੱਚ ਰੁਕ ਜਾਈਂ, ਨੀ ਪ੍ਰਧਾਨ ਸਮਾਜ ਅੱਗੇ ਨਾ ਤੂੰ ਕਿਧਰੇ ਝੁਕ ਜਾਵੀਂ। ਇਹ ਗੁਲਾਟੀ ਸਾਹਿਬ ਦੀਆਂ ਜਿਹੜੀਆਂ ਸਤਰਾਂ ਨੇ, ਪਰ ਬੜੇ ਦੁੱਖ ਦੀ ਗੱਲ ਆ ਕਿ ਇਹ ਸਿਰਫ ਜਿਵੇਂ ਮਾਊ ਸਾਹਿਬ ਦੱਸ ਕੇ ਗਏ ਨੇ ਕਿ ਬੇਟੀ ਬਚਾਓ ਬੇਟੀ ਪੜਾਓ, ਸਾਰੀਆਂ ਗੱਲਾਂ ਕਿਤਾਬਾਂ ਦੇ ਵਿੱਚ ਬੰਦ ਨੇ, ਇਹਨਾਂ ਤੇ ਇੰਪਲੀਮੈਂਟ ਹੁੰਦੇ ਨਹੀਂ ਨਜ਼ਰ ਆ ਰਹੇ। ਉਹਦੀ ਤਾਜ਼ਾ ਮਿਸਾਲ ਜਿਹੜੀ ਤੁਸੀਂ ਵੇਖ ਰਹੇ ਜੇ ਕਿ ਸਰਕਾਰਾਂ ਇੱਕ ਬੰਨੇ ਆਖਦੀਆਂ ਨੇ ਕਿ ਰੁਜ਼ਗਾਰ, ਸਰਕਾਰੀ ਨੌਕਰੀਆਂ, ਪਰ ਇਹ ਜੇ ਭੈਣ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਖੁਦ ਦਾ ਰੁਜ਼ਗਾਰ, ਘਰ ਦੀ ਕਿਰਤ ਕਮਾਈ ਜਿਹੜੀ ਕਰਕੇ ਘਰ ਦਾ ਗੁਜ਼ਾਰਾ ਤੇ ਨਾਲ ਲੋੜਵੰਦ ਲੋਕਾਂ ਦੀ ਮਦਦ, ਉਹ ਵੀ ਸਰਕਾਰ ਖੋਹ ਕੇ ਲੈ ਗਈ ਆ। ਇੱਕ ਰਿਸ਼ਵਤਖੋਰ ਅਫਸਰ ਧਰਮਿੰਦਰਜੀਤ ਸਿੰਘ ਤੇ ਰਾਜਕੁਮਾਰ ਜਿਹੜੇ ਫੇਰ ਸਮਾਨ ਚੁੱਕ ਕੇ ਲੈ ਗਏ ਆ। ਜੇਕਰ ਇਹ ਭੈਣ ਆਤਮ ਹੱਤਿਆ ਕਰ ਗਈ ਤੇ ਕੀ ਇਹਨਾਂ ਦੀ ਬੇਟੀ ਨੂੰ ਮਾਂ ਵਾਪਸ ਮਿਲ ਜਾਏਗੀ, ਇਹਨਾਂ ਦੇ ਮਾਪਿਆਂ ਨੂੰ ਧੀ ਵਾਪਸ ਮਿਲ ਜਾਏਗੀ? ਨਹੀਂ। ਉਹਦੇ ਤੋਂ ਪਹਿਲਾਂ ਇਹ ਸਟੈਪ ਚੁੱਕਿਆ ਜਾਵੇ ਕਿ ਜਿਹੜੇ ਵੀ ਸਾਡੇ ਇੱਥੇ ਮੇਅਰ ਸਾਹਿਬ ਨੇ, ਉਹਨਾਂ ਅਫਸਰਾਂ ਨੂੰ ਘਰ ਭੇਜ ਕੇ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਇਸ ਭੈਣ ਨੂੰ ਸਮਾਨ ਵਾਪਸ ਦਵਾ ਕੇ ਹੋਰ ਆਪਣੇ ਕੋਲੋਂ ਬਣਦੀ ਜਿਹੜੀ ਮਾਲੀ ਮਦਦ ਕਰਨ, ਤਾਂ ਕਿ ਇਹ ਭੈਣ ਆਤਮ ਹੱਤਿਆ ਤੋਂ ਬਚ ਸਕੇ ਤੇ ਜਿਹੜਾ ਇਹਦਾ ਪਰਿਵਾਰ ਆ
ਉਹ ਚੰਗੀ ਬਣਦੀ ਰੋਟੀ ਪਾਣੀ ਖਾ ਸਕੇ, ਇਹਨਾਂ ਦੀ ਜਿਹੜੀ ਬੇਟੀ ਆ ਉਹ ਆਪਣਾ ਚੰਗਾ ਭਵਿੱਖ ਜਿਹੜਾ ਬਣਾ ਸਕੇ। ਪਰ ਕੀ ਕਹਿਣਾ ਚਾਹੋਗੇ ਸੋਲ ਸਾਹਿਬ, ਜਿੱਥੇ ਸਰਕਾਰ ਦਾਅਵੇ ਕਰ ਰਹੀ ਹੈ ਵੀ ਅਸੀਂ ਇੰਨੇ ਲੱਖ ਨੌਕਰੀ ਦੇ ਰਹੇ ਹਾਂ, ਜੇਕਰ ਸਰਕਾਰ ਨੌਕਰੀ ਨਹੀਂ ਦਿੰਦੀ, ਤੁਸੀਂ ਸੁਣਿਆ ਜਿਵੇਂ ਭੈਣ ਨੇ ਕਿਹਾ ਵੀ ਬੀਕਾਮ ਜਾਂ ਇੰਨੀ ਪੜ੍ਹੀ ਲਿਖੀ ਹੈ ਭੈਣ, ਜੇਕਰ ਨਹੀਂ ਉਸ ਨੂੰ ਨੌਕਰੀ ਮਿਲੀ, ਰੋਜ਼ਗਾਰ ਮਿਲਿਆ ਤੇ ਉਹ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲ ਰਹੀ ਸੀ, ਫਿਰ ਕਿਉਂ ਜਿਹੜੇ ਅਫਸਰਸ਼ਾਹੀ ਲੋਕ ਨੇ ਜਿਹੜੇ ਉਹ ਤੰਗ ਕਰ ਰਹੇ ਇਹਨਾਂ ਨੂੰ? ਵੇਖੋ ਸਾਡੀ ਜਿਹੜੀ ਨੌਜਵਾਨੀ ਹੈ ਇਸੇ ਕਰਕੇ ਨਸ਼ਿਆਂ 'ਚ ਪੈ ਰਹੀ ਆ, ਇਸੇ ਕਰਕੇ ਬੇਵਕਤ ਮੌਤਾਂ ਹੋ ਰਹੀਆਂ, ਆਤਮ ਹੱਤਿਆਵਾਂ ਹੋ ਰਹੀਆਂ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਕਹਿ ਦਿੰਦੀਆਂ ਨੇ ਬਹੁਤ ਕੁਝ, ਪਰ ਹੁਣ ਚੋਣਾਂ ਲੱਗ ਗਏ ਨੇ, ਕਮ ਸੇ ਕਮ ਚੋਣਾਂ ਦੇ ਲਾਲਚ ਦੀ ਦੇ ਦਿਓ ਉਸ ਭੈਣ ਨੂੰ ਰੁਜ਼ਗਾਰ। ਜਿਵੇਂ ਨੌਕਰੀਆਂ ਦੀ ਗੱਲ ਕਰਕੇ ਮਾਊ ਸਾਹਿਬ ਪਹਿਲਾਂ ਤੁਹਾਨੂੰ ਸਾਰਾ ਕੁਝ ਦੱਸ ਕੇ ਗਏ ਨੇ, ਇਸ ਇੰਨੀਆਂ ਨੌਕਰੀਆਂ ਤੁਸੀਂ ਦੇਣੀਆਂ, ਇਸ ਭੈਣ ਦਾ ਨਾਮ ਲਿਖ ਲਿਓ, ਇਹ ਨਾ ਹੋਵੇ ਕਿ ਉਹਨੇ ਚਿਰ ਨੂੰ ਇਹ ਖਤਮ ਹੋ ਜੇ, ਆਤਮ ਹੱਤਿਆ ਕਰ ਲੇ ਕਿ ਬਾਅਦ 'ਚ ਤੁਸੀਂ ਸਮਾਨ ਵੀ ਵਾਪਸ ਦੇ ਦਿਓ ਤੇ ਸਰਕਾਰੀ ਨੌਕਰੀ ਵੀ ਦਿੰਦੇ ਫਿਰੋ। ਸੋ ਸਿਆਣੇ ਕਹਿੰਦੇ ਨੇ ਵੀ ਜਿਹੜੀ ਚੀਜ਼ ਜਿਹਦੇ ਵਾਸਤੇ ਆ ਉਹਦੇ ਜਿਉਂਦੇ ਸਮੇਂ ਉਹਨੂੰ ਦਿੱਤੀ ਜਾਵੇ। ਇਹਨਾਂ ਵੀ ਆਤਮ ਹੱਤਿਆ ਤੋਂ ਬਾਅਦ ਮੋਮਬੱਤੀਆਂ ਜਗਾਈਆਂ ਜਾਣ, ਇਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ। ਸੋ ਅਜੇ ਸਮਾਂ ਆ, ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਜਿਹੜੇ ਵੀ ਭ੍ਰਿਸ਼ਟ ਅਫਸਰ ਨੇ ਉਹਨਾਂ ਤੇ ਬਣਦੀ ਕਾਰਵਾਈ ਕਰੋ, ਇਸ ਭੈਣ ਨੂੰ ਇਹਦਾ ਸਮਾਨ ਵਾਪਸ ਦਿਓ ਤਾਂ ਕਿ ਇਹ ਆਪਣਾ ਰੁਜ਼ਗਾਰ ਚਲਾਵੇ ਤੇ ਇਹਦੇ ਵੱਲ ਵੇਖ ਕੇ ਹੋਰ ਜਿਹੜੀਆਂ ਭੈਣਾਂ ਨੇ ਇਹ ਮਿਸਾਲ ਬਣੇ, ਉਹ ਭੈਣਾਂ ਆਪਣਾ ਕੰਮ ਸ਼ੁਰੂ ਕਰ ਸਕਣ ਤਾਂ ਕਿ ਜਿਹੜੇ ਆਪਣੇ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਚੱਲ ਸਕੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਇਹ ਭੈਣ ਸੀ ਮਦਦ ਦੀ ਜਿਹੜੀ ਆ ਗੁਹਾਰ ਲਗਾ ਰਹੀ ਸੀ ਸਰਕਾਰ ਗਾੜੀ, ਪਰ ਸਰਕਾਰ ਦੇ ਜਿਹੜੇ ਨੁਮਾਇੰਦੇ ਤੇ ਨਹੀਂ ਪਹੁੰਚੇ, ਪਰ ਲੋਕ ਰਾਜ ਲਹਿਰ ਜਿਹੜੇ ਆਗੂ ਨੇ ਸੁਖਜਿੰਦਰ ਸਿੰਘ ਭਗਤੂਪੁਰਾ ਤੇ ਸੋਹਲ ਸਾਹਿਬ, ਉਹ ਅੱਜ ਬੀਬੀ ਵਾਸਤੇ ਜਿਹੜਾ ਮਦਦ ਵਾਸਤੇ ਉਸ ਭੈਣ ਵਾਸਤੇ ਪਹੁੰਚੇ ਨੇ ਅਤੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ਖਾਸ ਕਰਕੇ ਉਸ ਅਫਸਰਾਂ ਨੂੰ ਜਿਹੜੇ ਵੀ ਰਿਸ਼ਵਤ ਮੰਗ ਰਹੇ ਨੇ। ਉਹਨਾਂ ਕਿਹਾ ਵੀ ਜਲਦ ਤੋਂ ਜਲਦ ਇਹਨਾਂ ਦੇ ਖਿਲਾਫ ਚੰਨੀ ਸਰਕਾਰ ਜਿਹੜੀ ਉਹ ਕਾਰਵਾਈ ਕਰੇ। ਹੁਣ ਦੇਖਣਾ ਹੋਏਗਾ ਵੀ ਕਿੰਨੀ ਜਲਦੀ ਇਹਨਾਂ ਦੀ ਕਾਰਵਾਈ ਹੁੰਦੀ ਆ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।